ਇੱਕ ਸੇਰ ਦੇ ਵਿੱਚ ਕਿੰਨੀਆਂ ਛਟਾਂਕਾਂ? ਹਾਂਜੀ ਬਾਬਾ ਜੀ 16 ਜੀ। ਵਾਹ 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 16 ਛਟਾਂਕਾਂ 16 ਛਟਾਂਕਾਂ ਦਾ ਇੱਕ ਸੇਰ। ਵਾਹ ਵੀ ਵਾਹ। ਬੰਦਾ ਪੂਰੀ ਥੁੜਕੇ ਨਾ ਪੂਰੀ ਅਲਫ ਬੇ ਸੁਣਾਣੀ ਤੇ ਅਸੀਂ ਉਹਨੂੰ ਸਾਫਾ ਦੇ ਦਾਂਗੇ। ਲੈ ਕੰਮ ਨਹੀਂ ਸੌਖਾ। ਅੜੀ ਲਓ ਜੀ ਕੱਪ ਆ ਗਿਆ ਮਾਸ਼ਾਅੱਲਾ। ਫਖਰ ਰਹਿਮੇ ਸ਼ਾਹ ਦਾ ਪਹਿਲਾ ਕੱਪ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਬਿਸਮਿल्लाह ਜੀ। ਸਿਰ ਮੱਥੇ ਦੇ ਕੱਪ ਜੀ। ਜੁਗਣੀ ਭੇਦ ਦਿਲਾਂ ਦਾ ਜੁਗਣੀ ਭੇਦ ਦਿਲਾਂ ਦਾ ਟੋਲੇ ਨਾ ਕਰਦੀ ਜ਼ਾਹਿਰ ਰੱਖਦੀ ਓਲੇ ਚੁੱਪ ਹੀ ਰਹਿੰਦੀ ਏ ਨਾ ਬੋਲੇ ਓ ਵੀਰ ਮੇਰਿਆ ਜੁਗਨੀ ਫਿਰ ਮੇਰਿਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈਂ ਦਾ ਜਿਹੜੀ ਨਾਮ ਸਾਈਂ ਦਾ ਲੈਂਦੀ ਆ ਜਿਹੜੀ ਨਾਮ ਅੱਲਾ ਦਾ। ਸ਼ੁਰੂ ਉਸ ਦੇ ਨਾਂ ਤੋਂ ਮੈਂ ਗੱਲ ਕਰਨਾ ਚਾਹੁੰਦਾ ਤੇ ਸਭ ਆਪਣੇ ਮਸਲੇ ਮੈਂ ਹੱਲ ਕਰਨਾ ਚਾਹੁੰਦਾ। ਜੋ ਲਾਇਰਾਇਬ ਫੁੱਲਾਂ ਤੇ ਕਲੀਆਂ ਦਾ ਰੱਬ ਏ, ਜੋ ਨਬੀਆਂ ਰਸੂਲਾਂ ਤੇ ਵਲੀਆਂ ਦਾ ਰੱਬ ਏ। ਅਸੀਂ ਆਪਣੇ ਇਕੱਠ ਦਾ ਨਾਂ ਰੱਖ ਲਿਆ। ਨਾਂ ਸੁਣ ਕੇ ਤੁਸੀਂ ਦੱਸਣਾ ਵੀ ਕਿੱਦਾਂ ਦਾ ਨਾਮ ਆ। ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਤਾੜੀ ਲਾਣੀ। ਪਰ ਅਸੀਂ ਆਪਣੇ ਸਾਥ ਦਾ ਨਾਮ ਰੱਖਿਆ ਸੰਜੋਗ ਵੇਲਾ। ਹਾਂਜੀ ਸੰਜੋਗ ਸਾਧਿਆਂ ਦਿਲਾਂ ਦੇ ਮਿਲਣ ਨੂੰ। ਵੀ ਇਹ ਪੂਰਾ ਬਣ ਗਿਆ ਵੀ ਦਿਲਾਂ ਦੇ ਮਿਲਣ ਦਾ ਵੇਲਾ। ਅੱਛਾ ਗੱਲ ਲੰਮੀ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਵੀ ਅੱਜ ਦੇ ਸਾਡੇ ਸੰਜੋਗ ਮੇਲੇ ਦੇ ਇਨਾਮਾਤ ਕੀ ਆ। ਉਹ ਅਸੀਂ ਤੁਹਾਨੂੰ ਵਿਖਾ ਦਈਏ। ਸਾਡੇ ਕੋਲ ਆ ਸਾਫਾ ਪਿਆ ਜੀ, ਨਾਲ ਪਿਆ ਜੀ ਫੀਤਾ, ਨਾਲ ਟਕੋਰਾ, ਨਾਲ ਦਾਤਰੀਆਂ, ਅੱਗੇ ਖੁਰਪਾ ਪਿਆ। ਇਹ ਸਾਰੀਆਂ ਉਹ ਸ਼ੈਵਾਂ ਜਿਹੜੀਆਂ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਵਰਤਣ ਚ ਆਉਂਦੀਆਂ, ਉਹ ਸ਼ੈਵਾਂ ਅਸੀਂ ਰੱਖੀਆਂ ਹੋਈਆਂ। ਆ ਮੋਮੀ ਲਿਫਾਫਾ ਜੀ ਸਾਡੇ ਕੋਲ ਘੋੜਾ। ਅੱਛਾ ਅੱਗੇ ਆ ਪਿਆ ਵੱਡਾ ਟਾਈਮ ਪੀਸ। ਦੇਖੋ ਕਿਹਦੇ ਮੁਕੱਦਰਾਂ 'ਚ ਕਿਹੜੀ ਸ਼ੈ। ਇਹ ਤਾਂ ਕਿਸਮਤ ਲੜਨੀ। ਆ ਜਿਹੜੀ ਸ਼ੈ ਹੈ ਨਾ ਜੀ, ਇਹ ਮਠਿਆਈ ਦਾ ਡੱਬਾ। ਇਹ ਮਠਿਆਈ ਅਸੀਂ ਅੱਜ ਚਾਹ ਦੇ ਨਾਲ ਸਾਰੀ ਸਾਥ ਨੂੰ ਸਾਰੇ ਇਕੱਠ ਨੂੰ ਖਵਾਣੀ ਆ। ਉਹ ਤਾਂ ਵੀ ਸਾਡਾ ਅੱਜ ਵਹਿੜਾ ਜਿੱਤਿਆ। ਤਾੜੀ ਲਾਓ ਜੀ। ਹਾਂਜੀ ਜਿਹੜਾ ਸਾਡਾ ਵਹਿੜਾ ਫਖਰ ਰਹਿਮੇ ਸ਼ਾਹ, ਉਹ ਜੀ ਕੱਚਾ ਰਾਊਂਡ ਜਿੱਤ ਗਿਆ ਤੇ ਪੱਕੇ ਰਾਊਂਡ 'ਚ ਜਾ ਕੇ ਨੰਬਰਾਂ 'ਚ ਆ ਗਿਆ। ਪਰ ਸਾਨੂੰ ਇਹੀ ਬੜੀ ਖੁਸ਼ੀ ਆ ਵੀ ਪਹਿਲੀ ਵਾਰੀ ਵੱਡੇ ਢੱਗਿਆਂ 'ਚ ਭੱਜ ਕੇ ਤੇ ਉਹਨੇ ਆਪਣਾ ਨਾਮ ਬਣਾ ਲਿਆ, ਜਿੱਤ ਹੋ ਗਈ। ਬੜਾ ਚੰਗਾ ਲੱਗਾ ਜੀ। ਅਸੀਂ ਸ਼ੁਕਰਗੁਜ਼ਾਰ ਹਾਂ ਸੱਚੇ ਰੱਬ ਦੇ ਵੀ ਸਾਡਾ ਵਹਿੜਾ ਹੁਣ ਨਾਮੀਨੇਟ ਬਲਦਾਂ 'ਚ ਆ ਗਿਆ। ਅੱਛਾ ਹੁਣ ਅਸੀਂ ਸਵਾਲ ਸ਼ੁਰੂ ਕਰਦੇ ਹਾਂ ਜੀ। ਜਿਹੜੇ ਬੰਦੇ ਨੂੰ ਆਂਦਾ ਹੋਵੇ ਉਹ ਸਿਰਫ ਹੱਥ ਖੜਾ ਕਰੇ ਤੇ ਜਵਾਬ ਦੇਣਾ ਪੂਰਾ ਸੂਰਾ। ਗੱਲ ਲੰਮੀ ਨਹੀਂ ਕਰਨੀ। ਉਹ ਨਹੀਂ ਕਿਉਂ ਆ ਤੁਸੀਂ ਆ ਜਾਓ ਫਿਰ ਤੁਸੀਂ ਕਰ ਲਓ ਸੰਜੋਗ ਵੇਲਾ। ਅੱਛਾ ਬਹੁਤਾ ਰੌਲਾ ਨਾ ਪਾਓ, ਉੱਥੇ ਖੇਡੋ ਮੇਰਾ ਪੁੱਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਸਾਡੇ ਕੋਲ ਗਵਈਏ ਆਏ ਆ ਬੜੇ ਦੂਰ ਤੋਂ। ਉਹ ਵੀ ਤੁਹਾਨੂੰ ਦੱਸਦੇ ਆ, ਤਾਰਫ ਵੀ ਕਰਾਉਂਦੇ ਆ, ਮਲਾਨੇ ਵੀ ਆ ਵੀ ਕਿਹੜੀ ਥਾਂ ਤੋਂ ਆਏ ਆ। ਪਹਿਲਾ ਅਸੀਂ ਸਵਾਲ ਕਰਨ ਲੱਗੇ ਹਾਂ ਜੀ। ਪਹਿਲਾ ਸਵਾਲ ਅਸੀਂ ਕਰਨ ਲੱਗੇ ਹਾਂ ਗੁੜ ਦਾ। ਪਹਿਲਾ ਸਵਾਲ ਅਸੀਂ ਗੁੜ ਦਾ ਕਰਾਂਗੇ। ਅੱਛਾ ਜੀ ਸਵਾਲ ਕੀ ਆ ਵੀ ਸਾਊਦੀ ਅਰਬ ਦਾ ਪੁਰਾਣਾ ਨਾਂ ਦੱਸੋ। ਕਿਸੇ ਬੰਦੇ ਨੂੰ ਆਂਦਾ ਹੋਵੇ। ਇੱਧਰ ਹੱਥ ਖੜਾ ਹੋਇਆ ਜੀ। ਤਾੜੀ ਲਾਓ ਜੀ। ਹਜਾਜ਼। ਵਾਹ ਬਈ ਵਾਹ, ਵਾਹ ਬਈ ਵਾਹ। ਲਓ ਜੀ 2 ਪੈਸੇ। ਬੰਦਾ ਗੁੜ ਦਾ ਬਹੁਤ ਸ਼ੌਕੀਨ ਹੈ ਜੀ। ਜਦੋਂ ਵੀ ਮੈਂ ਗੁੜ ਦਾ ਸਵਾਲ ਪੁੱਛਿਆ ਇਸ ਬੰਦੇ ਨੇ ਦੱਸਿਆ। ਇਹਦੀ ਹਿੰਮਤ ਨੂੰ ਸਲਾਮ ਆ। ਇਹਦੇ ਸ਼ੌਕ ਵਾਸਤੇ ਤਾੜੀ ਲਾ ਦਿਓ ਜੀ। ਜਿਹੜਾ ਬੰਦਾ ਬਗੈਰ ਮਸਾਲਿਆਂ ਦੇ ਗੁੜ ਦਾ ਸ਼ੌਕੀਨ ਆ। ਅੱਛਾ ਜੀ ਹੁਣ ਸਵਾਲ ਆ ਗਿਆ ਦਾਤਰੀ ਦਾ। ਹੈ ਸਿਆਣੇ ਕਹਿੰਦੇ ਆ ਨਾ ਵੀ ਫਲ ਮੌਸਮ ਦਾ ਤੇ ਗੱਲ ਵੇਲੇ ਦੀ। ਮੌਸਮ ਅੱਗੇ ਆ ਰਿਹਾ ਸਾਉਣ ਭਾਦੋਂ ਦਾ। ਇੱਕ ਤਾਂ ਅਸੀਂ ਤੁਹਾਨੂੰ ਚੇਤੇ ਕਰਾਉਣਾ ਵੀ ਗਾਂ ਪੌਦੇ ਲਾਉਣ ਦਾ, ਬੂਟੇ ਲਾਉਣ ਦਾ ਟਾਈਮ ਆ ਤੇ ਉਹਦੇ ਨਾਲ ਹੀ ਰਲਦੀ ਮਿਲਦੀ ਗੱਲ ਆ। ਸਵਾਲ ਆ ਜੇ ਕਿਸੇ ਜਾਣੀ ਜਾਣ ਨੂੰ ਪਤਾ ਹੋਵੇ ਤਾਂ ਪੂਰੀ ਗੱਲ ਸਮਝਾਇਓ। ਜਿਹੜੇ ਰੁੱਖ ਆ ਵੀ ਮਿਸਾਲ ਆ ਸ਼ਰੀਂ ਦਾ ਰੁੱਖ ਆ, ਉਹਨੂੰ ਉਹ ਲੱਗਦੀਆਂ ਫਲੀਆਂ ਲੱਗਦੀਆਂ ਪੱਕ ਜਾਂਦੀਆਂ। ਫਿਰ ਕਿੱਕਰ ਦਾ ਰੁੱਖ ਆ ਜਾਂ ਅੰਬ ਦੀ ਗੁੱਠਲੀ ਲੱਗ। ਜਿਹੜੇ ਰੁੱਖਾਂ ਦੇ ਬੀਜ ਲੱਗਦੇ ਆ, ਮੈਨੂੰ ਇਹ ਦੱਸਣਾ ਪੱਕੀ ਜੀ ਗੱਲ ਵੀ ਸਾਰੇ ਰੁੱਖਾਂ ਦੇ ਉੱਤੇ ਉਹ ਗੱਲ ਪੂਰੀ ਆਵੇ ਵੀ ਕਿਹੜਾ ਉਹ ਵੇਲਾ ਵੀ ਜਿਹੜਾ ਕਿਹੜਾ ਮਹੀਨਾ ਜਿਹਦੇ 'ਚੋਂ ਰੁੱਖਾਂ ਦੇ ਬੀਜ ਲੱਗਦੇ ਆ। ਅਸੀਂ ਦਾਤਰੀ ਦੇਵਾਂਗੇ। ਦਾਤਰੀ ਜਿਹੜੀ ਮਰਜ਼ੀ ਮੈਂ ਦੇ ਦੇਵਾਂ। ਦਾਤਰੀਆਂ ਸਾਡੇ ਕੋਲ 2 ਕਿਸਮ ਦੀਆਂ, ਇੱਕ ਪੱਤਰੀ ਵਾਲੀ ਆ, ਇੱਕ ਕਢਾਈ ਵਾਲੀ। ਉਹ ਚਲੋ ਇੰਨੀ ਕੁ ਮੇਰੀ ਮਰਜ਼ੀ, ਮੈਂ ਜਿਹੜੀ ਚੱਕ ਕੇ ਦੇ ਦੇਵਾਂ। ਜਿਹਨੂੰ ਆਂਦਾ ਹੋਵੇ ਉਹ ਹੱਥ ਖੜਾ ਕਰੇ। ਅੱਗੇ ਤੂੰ ਗੁੜ ਲੈ ਲਿਆ ਫਿਰ ਹੁਣ ਤੈਨੂੰ ਟਰੈਕਟਰ ਦਈਏ। ਚਲੋ ਫਿਰ ਵੀ ਦੱਸ ਦੇ ਤੂੰ ਟੇਵਾ ਲਾਣਾ। ਸਾਵਣ ਜੀ। ਸਾਵਣ ਕਿਹਾ ਜੀ। ਸਾਵਣ ਭਾਦੋਂ 2 ਮਹੀਨੇ ਮੌਸਮ।
ਅੱਛਾ ਜੀ, ਤੁਸੀਂ ਕੀ ਦੱਸਿਆ ਜੀ? ਸਾਵਣ ਭਾਦੋ 2 ਮਹੀਨੇ ਇਹ ਮੌਸਮ। ਨਹੀਂ, ਸਾਵਣ ਭਾਦੋ ਤਾਂ ਹੈ ਨਾ ਜੀ ਮੌਸਮ ਰੁੱਖ ਲਾਉਣ ਦਾ। ਗੱਲ ਹੋ ਰਹੀ ਆ ਵੀ ਬੀਜ ਲਾਉਣ ਦਾ, ਰੁੱਖਾਂ ਦੇ ਬੀਜ। ਇਹ ਮੌਸਮ ਆ, ਉਹ ਜਿਹੜੇ ਪੌਦੇ ਆ ਤੇ ਫਰਵਰੀ 'ਚ ਵੀ ਲੱਗਦੇ ਆ ਨਾ, ਫਰਵਰੀ। ਹੋਰ ਕਿਹਨੇ ਹੱਥ ਖੜਾ ਕੀਤਾ ਸੀ? ਅੱਛਾ ਜੀ। ਇਹ ਕੋਈ ਵੀ ਦਰਖਤ ਆ ਜਿਹੜਾ ਜਿਸ ਮੌਸਮ 'ਚ ਉਹਦਾ ਬੀਜ ਪੱਕਦਾ ਆ ਨਾ, ਉਹੀ ਮੌਸਮ ਉਹਦਾ ਬੀਜ ਲਾਉਣ ਦਾ ਹੁੰਦਾ। ਵਾਹ 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 ਵਾਹ, ਤਾੜੀ। ਆਹ ਗੱਲ ਆ ਜੀ। ਨੁਮਾਨ ਸਾਹਿਬ ਕਹਿ ਰਹੇ ਸੀ ਨਾ ਜੀ ਸੌਣ ਭਾਦੋਂ ਦੇ ਵਿੱਚ ਪੌਦੇ ਲੱਗਦੇ ਆ। ਹਾਂ, ਪੌਦੇ ਲੱਗਦੇ ਆ। ਪਰ ਮੈਨੂੰ ਇਹ ਦੱਸੋ, ਸ਼ਰੀਂ ਦਾ ਜਿਹੜਾ ਫਲੀ ਪੱਕਦੀ ਆ ਉਹ ਸੌਣ ਭਾਦੋਂ 'ਚ ਤਾਂ ਨਹੀਂ ਪੱਕਦੀ? ਜਿਹੜੇ ਰੁੱਖ ਦਾ ਜਿਸ ਮੌਸਮ 'ਚ ਫਲ ਪੱਕੇ, ਬੀਜ ਪੱਕਦਾ, ਉਸੇ ਮੌਸਮ 'ਚ ਉਹ ਪੌਦਾ ਲੱਗਦਾ। ਅਸੀਂ ਤੁਹਾਨੂੰ ਦਾਤਰੀ ਦਿੰਨੇ ਆ, ਕਢਾਈ ਵਾਲੀ। ਆ ਤੁਸੀਂ ਦੇਖ ਰਹੇ ਜੀ ਦਾਤਰੀ, ਬਹੁਤ ਚੰਗਾ ਜਵਾਬ ਦਿਆ ਜੀ। ਇਹ ਗੱਲ ਚੇਤੇ ਵੀ ਰੱਖਣੀ ਆ ਵੀ ਜਿਹੜਾ ਰੁੱਖਾਂ ਦੇ ਲਾਣ ਦਾ ਉਹੀ ਮੌਸਮ ਆ, ਜਿਹੜੇ ਰੁੱਖ ਦਾ ਜਿਹੜੇ ਮੌਸਮ 'ਚ ਬੀਜ ਪੱਕ ਜੇ ਤੁਸੀਂ ਉਹ ਲਾ ਦਿਓ, ਉਹ ਜੰਮ ਪੈਂਦਾ। ਹਾਂ, ਇੰਨਾ ਜ਼ਰੂਰ ਹੁੰਦਾ ਵੀ ਕਿਸੇ ਟਾਈਮ ਪਰਛਾਵੇਂ 'ਚ ਲੱਗਦਾ, ਕਿਸੇ ਟਾਈਮ ਅੱਗੇ ਪਿੱਛੇ ਲੱਗਦਾ। ਅੱਛਾ ਜੀ, ਅਗਲਾ ਸਵਾਲ ਆ ਜੀ, ਇਹਦਾ ਵੀ ਜਵਾਬ ਪੂਰਾ ਦੇਣਾ। ਉਹ ਪੂਰੀ ਦਾਸਤਾਨ ਚੇਤੇ ਕਰਾ ਦੇਣੀ ਹੈ, ਫਿਰ ਸਵਾਦ ਆ। ਉਹਨੂੰ ਅਸੀਂ ਦਵਾਂਗੇ, ਉਹਨੂੰ ਅਸੀਂ ਦਾਤਰੀ ਦੇਵਾਂਗੇ, ਉਹਨੂੰ ਵੀ ਅਸੀਂ ਦਾਤਰੀ ਦੇਵਾਂਗੇ। ਕਿ ਤਾੜੀ ਲਾਓ ਯਾਰ, ਉਹਨੂੰ ਵੀ ਦਾਤਰੀ ਦੇਵਾਂਗੇ। ਸਾਡੇ ਕੋਲ ਦਾਤਰੀਆਂ ਹੀ ਨਹੀਂ ਆ। ਸਵਾਲ ਇਹ ਆ ਵੀ ਕਈ ਬੰਦਿਆਂ ਦੇ ਗੱਲ ਚੇਤੇ ਆਂਦੀ ਰਾਹਦਾਰੀ। ਕੋਈ ਬੰਦਾ ਮੈਨੂੰ ਰਾਹਦਾਰੀ ਦੀ ਈਚੀ ਮੀਚੀ ਦੱਸੇ, ਉਹ ਪੂਰੀ ਦਾਸਤਾਨ ਸੁਣਾਵੇ, ਤਾਂ ਫਿਰ ਉਹਨੂੰ ਦਾਤਰੀ ਮਿਲੂਗੀ। ਹਨੂਮਾਨ ਸਾਹਿਬ ਨੇ ਹੱਥ ਖੜਾ ਕਰਿਆ ਜੀ। ਰਾਹਦਾਰੀ ਨਾ ਇੱਕ ਤਹਿਰੀਰ ਲਿਖੀ ਜਾਂਦੀ ਸੀ, ਤਹਿਰੀਰੀ ਰਸੀਦ। ਅੱਛਾ ਜੀ। ਉਹ ਹੁੰਦੀ ਸੀ ਜਦੋਂ ਕੋਈ ਜਾਨਵਰ ਨਕਲੋ ਹਮਲ ਕਰਦੇ ਸੀ ਨਾ, ਵੀ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਸ਼ਿਫਟ ਕਰਨਾ ਤੋਹਫਾ ਜਾਂ ਖਰੀਦ ਕੇ, ਉਦੋਂ ਨੰਬਰਦਾਰ ਦੇ ਕੋਲ ਨਾ, ਨੰਬਰਦਾਰ ਉਹ ਬਤੌਰ ਸਨਦ ਆਪਣੀ ਲਾ ਕੇ ਦਿੰਦਾ ਸੀ। ਉਹਦੇ ਤੇ ਤਹਿਰੀਰ, ਉਸ ਤਹਿਰੀਰ ਤੇ ਸਟੈਂਪ ਵੀ ਆਏ ਨੇ, ਇੰਨੇ ਪੈਸਿਆਂ 'ਚ ਖਰੀਦੀ ਆ ਤੇ ਫਲਾਂ ਜਗ੍ਹਾ ਤੋਂ ਇਹਨੇ ਫਲਾਂ ਜਗ੍ਹਾ ਸ਼ਿਫਟ ਕਰਨੀ ਆ। ਉਹ ਫਿਰ ਮੁਖਤਲਿਫ ਉਦੋਂ ਨਾ ਟੂਲ ਟੈਕਸ ਚੌਕੀਆਂ ਹੁੰਦੀਆਂ ਸੀ, ਉੱਥੇ ਦਿਖਾਉਂਦੇ ਜਾਂਦੇ। ਵਾਹ 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 ਵਾਹ, ਤਾੜੀ ਲਾਓ ਜੀ। ਵਾਹ ਹਨੂਮਾਨ ਸਾਹਿਬ ਵਾਹ। ਸਾਡੇ ਕੋਲ ਇਸ ਟਾਈਮ ਨੰਬਰਦਾਰ ਵੀ ਬੈਠੇ ਆ, ਤੇ ਨੰਬਰਦਾਰਾਂ ਨੇ ਹੱਥ ਨਹੀਂ ਖੜਾ ਕੀਤਾ ਵੀ ਰਾਹਦਾਰੀ ਕੀ ਹੁੰਦੀ। ਇਹ ਨੰਬਰਦਾਰ ਜਾਂ ਥਾਣੇਦਾਰ, ਇਹ ਦੋ ਬੰਦਿਆਂ ਦੇ ਵਿੱਚੋਂ ਕੋਈ ਵੀ ਲਿਖ ਸਕਦਾ ਸੀ ਰਾਹਦਾਰੀ। ਮਿਸਾਲ ਆ, ਮੈਂ ਢੱਗਾ ਵੇਚਿਆ ਤੇ ਲੈਲਪੁਰ ਜਾਣਾ, ਰਾਹ ਦੇ ਵਿੱਚ ਕਿਤੇ ਵੀ ਪੁਲਿਸ ਚੈੱਕ ਕਰ ਸਕਦੀ ਵੀ ਚੋਰੀ ਦਾ ਤਾਂ ਨਹੀਂ। ਉਹ ਜਿਹੜਾ ਵਰਕਾ ਹੁੰਦਾ ਸੀ ਨਾ ਰਾਹਦਾਰੀ, ਉਹਦੇ ਤੇ ਪੂਰੀ ਲਿਖੀ ਹੁੰਦੀ ਸੀ ਜਿਹੜੀ ਤਹਿਰੀਰ ਨੁਮਾਨ ਸਾਹਿਬ ਨੇ ਦੱਸਿਆ ਵੀ ਚੀਨੇ ਰੰਗ ਦਾ ਢੱਗਾ, ਚੱਪੇ ਸਿੰਘ, ਪੂਛਲ ਤੋਂ ਲੰਡਾ ਜਾਂ ਪੂਰੀ ਪੂਛਲ, ਉਹਦਾ ਰੰਗ ਬੁੱਤ ਹਰ ਸ਼ੈ ਉਹਦੀ ਲਿਖੀ ਜਾਂਦੀ ਸੀ। ਉਹ ਫਿਰ ਜਿੱਥੇ ਵੀ ਦੇਖਦੇ ਸੀ ਉਹ ਦੇਖ ਕੇ ਵੇਖ ਲੈਂਦੇ ਸੀ, ਨਹੀਂ ਯਾਰ ਵੀ ਇਹ ਨੰਬਰਦਾਰ ਦੀ ਮੋਹਰ ਆ, ਫਲਾਣੇ ਪਿੰਡ 'ਚੋਂ ਵਿਕਿਆ ਤੇ ਫਲਾਣੇ ਪਿੰਡ 'ਚ ਜਾ ਰਿਹਾ। ਇਹ ਰਾਹਦਾਰੀ ਹੁੰਦੀ ਸੀ। ਬਹੁਤ ਸਾਰੇ ਬੰਦੇ ਇਹ ਰਾਹਦਾਰੀ ਵਰਤਦੇ ਰਹੇ ਆ, ਜਿਹੜੇ ਸਾਨੂੰ ਇਸ ਟਾਈਮ ਦੇਖ ਰਹੇ ਆ। ਸਾਡੇ ਵਿੱਚ ਵੀ ਬੈਠੇ ਆ ਜਿਹੜੇ ਬੰਦੇ ਇਹ ਰਾਹਦਾਰੀ ਨੂੰ ਵਰਤਦੇ ਰਹੇ ਆ। ਅੱਛਾ ਜੀ, ਅਗਲਾ ਸਵਾਲ ਆ ਸਾਡਾ ਰੰਬੇ ਦਾ। ਸਵਾਲ ਰੰਬੇ ਦਾ ਦੱਸਣਾ ਇਹ ਆ ਵੀ ਸੇਰ ਤੇ ਕਿਲੋ, ਇਹਦੇ 'ਚ ਫਰਕ ਦੱਸਣਾ ਵੀ ਕੀ ਆ ਕਿਲੋ ਤੇ ਸੇਰ ਵਿੱਚ। ਰੰਬਾ ਨਵਾਂ ਨਕੋਰ ਹਜੇ ਵਰਤਿਆ ਹੀ ਨਹੀਂ, ਲੁਹਾਰ ਤੋਂ ਸਿੱਧਾ ਲਿਆ ਕੇ ਇੱਥੇ ਰੱਖਿਆ, ਲੱਕੜ ਦੀ ਮੋਠਾ, ਕਊ ਦੀ ਨਹੀਂ, ਕਊ ਦੀ ਨਹੀਂ ਹੈਗੀ। ਬਾਈ ਜਾਲੇ ਨੇ ਹੱਥ ਖੜਾ ਕਰਿਆ ਜੀ। ਸ਼ੇਰ ਤੇ ਕਿਲੋ 'ਚ ਫਰਕ ਇਹ ਆ ਜੀ, ਜਿਹੜਾ ਸ਼ੇਰ ਆ ਨਾ ਇਹ 1000 ਗ੍ਰਾਮ ਦਾ, ਜਿਹੜਾ ਕਿਲੋ ਉਹ 933 ਗ੍ਰਾਮ ਦਾ। ਤਾੜੀ ਲਾ ਦਿਓ ਜੀ, ਉਹ ਕੈਮਰੇ ਤੋਂ ਚੱਲ ਗਿਆ। ਕੈਮਰੇ ਤੋਂ ਅਸੀਂ ਵੈਸੇ ਚੱਲ ਹਾਂ, ਨਹੀਂ ਫਿਰ ਦੱਸੋ ਇੱਕ ਵਾਰੀ। ਜਿਹੜਾ ਕਿਲੋ 1000 ਦਾ ਲਾ ਲਓ ਜੀ, ਤੇ ਜਿਹੜਾ ਸ਼ੇਰ ਆ ਮਤਲਬ 933 ਦਾ ਲਾ ਲਿਆ ਜੀ। ਵਾਹ ਵਾਹ ਵਾਹ, ਉਹ ਤਾੜੀ ਲਾਓ ਯਾਰ ਚੰਗੀ ਤਰ੍ਹਾਂ। ਜਵਾਬ ਸਹੀ ਸੀ। ਉਹ ਬਾਈ ਇੰਨਾ ਕੁ ਥੋੜਾ ਗਿਆ ਵੀ ਕਿਲੋ ਦੀ ਜਗ੍ਹਾ ਸ਼ੇਰ ਬੋਲ ਗਿਆ। ਕਿਲੋ ਸਾਦੇ ਹੀ 1000 ਨੂੰ, ਕਿਲੋਮੀਟਰ ਹੋਵੇ, ਕਿਲੋ ਹੋਵੇ ਵੀ 1000 ਹੀ, ਤੇ ਸ਼ੇਰ 933 ਗ੍ਰਾਮ। ਬਾਜੇ ਬੰਦੇ 900 ਕਹਿੰਦੇ ਆ, ਪਰ ਪੂਰਾ ਜੇ ਗਿਣੀਏ ਨਾ ਸ਼ੇਰ 933 ਗ੍ਰਾਮ ਦਾ ਹੁੰਦਾ। ਬਾਈ ਜਾਲੇ ਦਾ ਰੰਬਾ ਹੋਇਆ ਜੀ। ਅੱਛਾ, ਅਗਲਾ ਸਵਾਲ ਵੀ ਇਹਦੇ ਨਾਲ ਹੀ ਜੁੜਦਾ ਜੀ। ਉਹਦੇ ਵਿੱਚ ਅਸੀਂ ਦਵਾਂਗੇ ਟਕੋਰਾ। ਆ ਟਕੋਰਾ ਦੇ ਦਾਂਗੇ, ਠੀਕ ਆ, ਅਸੀਂ ਕਰਨਾ। ਟਕੋਰੇ ਦਾ ਸਵਾਲ ਆ ਜੀ, ਮੀਲ ਤੇ ਕਿਲੋਮੀਟਰ। ਇਹਦੇ 'ਚ ਦੱਸਣਾ ਵੀ ਕਿੰਨਾ ਕਿੰਨਾ ਉਹ ਫਰਕ ਆ, ਮੀਟਰਾਂ 'ਚ ਦੱਸਣਾ। ਮੀਲ ਵੱਡਾ, ਅੱਛਾ ਜੀ। ਮੀਟਰ ਛੋਟਾ, ਮੀਟਰ ਛੋਟਾ, ਮੀਲ ਵੱਡਾ। 5 ਮਰਬਿਆਂ ਦਾ
ਇਹ ਹੁਣ ਮੀਟਰਾਂ ਦੇ ਵਿੱਚ ਹੈਗਾ ਜ਼ਿਆਦਾ ਵਾਇਆ ਆ ਗਿਆ, ਬਣਾਇਆ ਗਿਆ ਛੋਟਾ ਨਾ, ਪੰਜਾਂ ਨੂੰ ਤੁਸੀਂ ਦਫਾ ਚ ਲੈ ਗਏ ਆ। ਹਾਂਜੀ ਹਾਂਜੀ ਦੱਸ, ਹਾਂ ਬੋਲ ਕੇ ਨਹੀਂ ਦੱਸਣਾ, ਦੱਸੋ। ਇਹ ਬਣ ਗਿਆ ਜਨਾਬ 1100 ਤੇ 20 ਦਾ ਹੁੰਦਾ ਹੈ ਜਨਾਬ ਜੀ ਮੀਲ ਮੀਲ, ਤੇ 1000 ਦਾ ਹੁੰਦਾ ਜੀ ਕਿਲੋਮੀਟਰ। ਹਾਂਜੀ ਜਿਹੜਾ ਹੁੰਦਾ ਨਾ ਜੀ 1.5 ਕਿਲੋਮੀਟਰ ਉਹਦਾ 1 ਮਾਈਲ ਹੁੰਦਾ। 1 ਮਾਈਲ ਜਿਹੜਾ ਹੁੰਦਾ ਉਹ 1600 ਮੀਟਰ ਦਾ ਹੁੰਦਾ। ਹਾਂਜੀ ਦੱਸੋ ਰਾਣਾ ਸਾਹਿਬ, ਠੀਕ ਆ? ਹਾਂਜੀ ਇਹੀ ਹੈ 1.5 ਮੀਲ 1.5 ਕਿਲੋਮੀਟਰ ਦੇ ਬਰਾਬਰ ਹੁੰਦਾ ਵਾ। 1 ਮਾਈਲ ਹੁੰਦਾ। ਤੁਸੀਂ ਅੱਗੇ ਤੋਹਫਾ ਲੈ ਲਿਆ ਜੀ? ਤੋਹਫਾ ਲੈ ਲਿਆ, ਲੇਕਿਨ ਸਵਾਲ ਮੇਰਾ ਜਨਵਨ ਆ ਇਹ। ਨਹੀਂ ਜਵਾਬ ਠੀਕ ਹੈ ਤੁਹਾਡਾ, ਲੇਕਿਨ ਅਸੀਂ ਦੂਜੀ ਵਾਰੀ ਇੱਕੋ ਬੰਦੇ ਨੂੰ ਦੂਆ ਤੋਹਫਾ ਨਹੀਂ ਦੇਣਾ, ਇਹ ਕਾਨੂੰਨ। ਮਾਈਲ ਪਾਸ ਕਰਦੇ ਰਹੇ ਆ ਇਹ। ਤੁਸੀਂ ਦੌੜ ਕਰਦੇ ਰਹੇ? ਅਸੀਂ ਦੌੜ ਕਰਦੇ ਰਹੇ 1 ਮਾਈਲ ਦੀ। ਤੁਸੀਂ ਕੀ ਕਰਦੇ ਜੀ? ਅਸੀਂ ਰੈਸਕਿਊ 112 ਤੇ ਜੌਬ ਕਰਦੇ ਆ। ਟ੍ਰੇਨਿੰਗ ਵਿੱਚ 1 ਮਾਈਲ ਪਾਸ ਕਰਨਾ ਹੁੰਦਾ ਸੀ 7 ਮਿੰਟ। ਤਾੜੀ ਲਾਓ ਜੀ। ਇਹ ਫਿਰ ਹੁਣ ਕਾਨੂੰਨ ਬਣਾਈਏ ਕਿ ਦੇ ਦਈਏ ਟਕੋਰਾ? ਨਹੀਂ ਟਕੋਰਾ ਤਾਂ ਬਣ ਗਿਆ। ਅੱਛਾ ਜੀ, ਅੱਗੇ ਤੋਂ ਸੁਣ ਲਓ ਜੀ, ਜਿਹੜੇ ਬੰਦੇ ਨੇ ਇੱਕ ਨਾਮ ਲੈ ਲਿਆ ਉਹਨੂੰ ਦੂਆ ਨਹੀਂ ਮਿਲਣਾ। ਆ ਅਸੀਂ ਦੇ ਦਿੰਨੇ ਆ, ਤੇ ਮੈਨੂੰ ਪਤਾ ਵੀ ਸੀ ਵੀ ਰੈਸਕਿਊ 'ਚ ਮੇਰਾ ਵੱਡਾ ਭਰਾ, ਮੈਂ ਉਹ ਤੁਹਾਡੇ ਕਰਕੇ ਪੁੱਛਿਆ ਵੀ ਤਸੱਲੀ ਹੋ ਜੇ ਵੀ ਕਿੰਨਾ ਬਣਦਾ 1600। ਅੱਛਾ ਅਗਲਾ ਸਵਾਲ ਜੀ, ਅਗਲਾ ਸਵਾਲ ਆ ਜੀ ਦਾਤਰੀ ਦਾ, ਵੱਡਾ ਸਵਾਲ ਆ। ਮੈਂ ਦੇਖ ਲਵਾਂ ਵੀ ਸਵਾਲ ਹੈ ਕਿਹੜਾ। ਦੱਸਣਾ ਇਹ ਆ ਵੀ ਜਿਹੜਾ ਬੰਦਾ ਪੂਰੀ ਗੱਲ ਸਮਝਾਣੀ ਆ। ਪੱਤਰੀ ਵਾਲੀ ਦਾਤਰੀ ਆ, ਅੱਗੇ ਦਾਤਰੀਆਂ ਦਿੱਤੀਆਂ ਕਢਾਈ ਵਾਲੀਆਂ। ਆ ਇੱਕ ਵਾਰੀ ਦਾਤਰੀ ਦਿਖਾ ਦਿਓ ਜੀ, ਤੇ ਜਾਂ ਦਾਤਰੀ ਦੀ ਜਾਨ ਦੇਖ ਲਓ, ਨਾ ਚਾਹੇ ਲੱਕੜਾਂ ਵੱਡੀ ਜਾ, ਦਾਤਰੀ ਹਿਲ ਜਾਵੇ ਤੇ ਆ ਕੇ ਮੈਨੂੰ ਫੜ ਲਿਓ, ਇੱਥੇ ਮੈਂ ਇੱਥੇ ਹੀ ਹਾਂ। ਸਵਾਲ ਇਹ ਆ ਵੀ ਜਿਹੜੀ ਪੰਚਾਇਤ ਆ, ਬੜਾ ਆਪਾਂ ਨਾਂ ਸੁਣਦੇ ਆ ਪੰਚਾਇਤ ਦਾ, ਪੰਚਾਇਤ ਕਹਿੰਦੇ ਕੀ ਆ ਵੀ ਉਹ ਵਿੱਚ ਗੱਲ ਕੀ ਸੀ, ਪੰਚਾਇਤ ਹੁੰਦੀ ਕੀ ਆ? ਜਿਹਨੂੰ ਪਤਾ ਉਹ ਹੱਥ ਖੜਾ ਕਰੇ। ਤੁਸੀਂ ਚੈੱਕ ਕਰਦੇ ਕਰਦੇ ਚਾਹ ਦਾ ਮਿੱਠਾ ਚੈੱਕ ਕਰਦੇ, ਤੀਸਰੀ ਪਿਆਲੀ ਹੈ ਜੀ ਤੁਹਾਡੀ। ਇਹ ਨਾ ਸਮਝੋ ਵੀ ਅਸੀਂ ਇੱਧਰ ਰੁੱਝੇ ਹੋਏ। ਹਾਂਜੀ ਲਓ ਜੀ, ਉਸਮਾਨ ਸਾਹਿਬ ਨੇ ਹੱਥ ਖੜਾ ਕੀਤਾ। ਇਹ 5 ਜਿਹੜੇ ਬਜ਼ੁਰਗ ਸੀ ਨਾ ਜੀ ਆਪਣੇ ਸਿਆਣੇ ਜੀ, ਉਹ ਫੈਸਲਾ ਕਰਦੇ ਸੀ, ਉਹਨੂੰ ਪੰਚਾਇਤ ਕਹਿੰਦੇ ਸੀ। ਤਾੜੀ ਲਾ ਬਾਈ, ਪੱਤਰੀ ਵਾਲੀ ਦਾਤਰੀ, ਵਾਹ ਬਈ ਵਾਹ। 5 ਜਿਹੜਾ ਨਾ 5 ਨੂੰ ਕਹਿੰਦੇ ਆ ਜੀ 5 ਬਜ਼ੁਰਗ ਬਹਿ ਕੇ, ਤੇ ਅੱਗੇ ਜਿਹੜਾ ਐਤ ਸੀ ਉਹਨੂੰ ਕਹਿੰਦੇ ਸੀ ਫੈਸਲਾ। ਵੀ 5 ਦਾ ਬਜ਼ੁਰਗਾਂ ਦਾ ਜਿਹੜਾ ਫੈਸਲਾ ਹੁੰਦਾ ਸੀ ਨਾ, ਉਹ ਪੰਚਾਇਤ ਦਾ ਫੈਸਲਾ ਹੁੰਦਾ ਸੀ, ਉਹ ਅਖੀਰਲਾ ਹੁੰਦਾ ਸੀ, ਉਹਨੂੰ ਜੱਜ ਵੀ ਡਿਗਰੀ ਨਹੀਂ ਕਰਦਾ ਸੀ। ਦਾਤਰੀ ਪੱਤਰੀ ਵਾਲੀ ਉਸਮਾਨ ਸਾਹਿਬ ਜਿਉਂਦੇ ਵਾਸਤੇ ਰਹੋ। ਵਾਹ ਬਈ ਵਾਹ, ਅੱਜ ਬੰਦਿਆਂ ਨੇ ਸਵਾਲਾਂ ਦੇ ਜਵਾਬ ਬਈ ਤਕੜੇ ਹੋ ਕੇ ਦੇ। ਅਗਲਾ ਸਵਾਲ ਆ ਜੀ ਟਾਈਮ ਪੀਸ ਦਾ। ਇੱਕ ਸ਼ੇਰ ਦੇ ਵਿੱਚ ਕਿੰਨੀਆਂ ਛਟਾਂਕਾਂ? ਹਾਂਜੀ ਬਾਬਾ ਜੀ 16 ਜੀ। ਵਾਹ ਵਾਹ ਵਾਹ, 16 ਛਟਾਂਕਾਂ, 16 ਛਟਾਂਕਾਂ ਦਾ ਇੱਕ ਸ਼ੇਰ। ਵਾਹ ਬਈ ਵਾਹ। ਕੀ ਕਿਹਾ ਸੀ ਮੈਂ ਦੇਣਾ? ਟਾਈਮ ਪੀਸ ਕਿਹਾ ਸੀ, ਉਹ ਦੇ ਦਿੰਨੇ, ਕੋਈ ਨਹੀਂ, ਜਿਹੜੀ ਗੱਲ ਕਰੀ ਉਹ ਪੂਰੀ ਕਰਾਂਗੇ। ਨਹੀਂ ਮਠਿਆਈ ਨਹੀਂ ਦਿੰਦਾ ਜੀ। ਲਓ ਜੀ, ਕੜਾਏ ਜਿੱਡਾ ਟਾਈਮ ਪੀਸ ਆ ਜੀ ਬਾਬਾ ਜੀ। ਹਾਂਜੀ, ਇਹ ਮਾੜੀ ਕੰਧ ਤੇ ਨਹੀਂ ਲਾਣਾ, ਹਾਂ ਇਹ ਕੰਧ ਡੇਗੂਗਾ ਏਡਾ ਟਾਈਮ ਪੀਸ। ਅੱਛਾ ਜੀ, ਅਗਲਾ ਚਾਹ 'ਚ ਕਿੰਨੀ ਕੁ ਦੇਰ ਹੈ ਜੀ? ਪਕਾਓ ਯਾਰ, ਅਸੀਂ ਸਾਹ ਚੜਾ ਲਿਆ, ਇੱਧਰ ਹਜੇ ਚਾਹ ਹੀ ਨਹੀਂ ਪੱਕੀ। ਚਲੋ ਇਧਰੋਂ ਤਾਂ ਅਸੀਂ ਨੇੜੇ ਲੱਗੇ ਪਏ ਹਾਂ। ਗੁੜ ਦਾ ਸਵਾਲ ਹੈ ਜੀ, ਫਲਸਤੀਨ ਦਾ ਪੁਰਾਣਾ ਨਾਮ ਕੋਈ ਦੱਸ ਦੇਵੇ। ਯਰੂਸ਼ਲਮ। ਨਹੀਂ ਜੀ, ਉਹ ਤਾਂ ਸ਼ਹਿਰ ਆ ਨਾ ਜੀ, ਫਲਸਤੀਨ ਦਾ ਨਾਮ ਪੁੱਛਿਆ। ਰਾਣਾ ਸਾਹਿਬ ਮਾਸ਼ਾਅੱਲਾ, ਕਨਾਨ। ਤਾੜੀ ਲਾਓ ਜੀ, ਕਨਾਨ। ਵਾਹ 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 ਵਾਹ, ਲਿਖੇ ਪੜੇ ਬੰਦੇ ਜੀ ਮਾਸ਼ਾਅੱਲਾ। ਗੁੜ ਕਿਹਾ ਸੀ ਨਾ। ਲਓ ਜੀ, ਬਿਸਮਿਲ੍ਲਾ ਜੀ। ਵਾਹ ਜੀ, ਰਾਣਾ ਸਾਹਿਬ ਜੀ ਬਗੈਰ ਮਸਾਲਿਆਂ ਵਾਲਾ ਗੋੜਾ, ਤੇ ਉਹਨਾਂ ਨੇ ਹੱਥ ਖੜਾ ਕਰਿਆ। ਅੱਛਾ ਜੀ, ਅੱਜ ਦਾ ਖਾਣ, ਇਹਦੇ ਤੇ ਵੀ ਅਸੀਂ ਗੁੜ ਦੇਵਾਂਗੇ, ਇਹਦੇ ਤੇ ਵੀ ਗੁੜ ਦੇਵਾਂਗੇ ਜੀ। ਕੋਈ ਬੰਦਾ ਅਖਾਣ ਸੁਣ ਲਓ ਗੌਰ ਨਾਲ, ਆਪ ਦੇ ਦਿਲ 'ਚ ਦਿਮਾਗ 'ਚ ਜਿਹੜੀ ਗੱਲ ਆਵੇ ਉਹ ਤੁਸੀਂ ਕਰ ਦੇਣੀ, ਵੀ ਜਿੱਥੇ ਕਿ ਤੁਹਾਨੂੰ ਸਮਝ ਆਵੇ। ਜਿਹੜੇ ਬੰਦੇ ਦੀ ਗੱਲ ਸਹੀ ਹੋਊਗੀ ਉਹਨੂੰ ਫਿਰ ਅਸੀਂ ਗੁੜ ਦੇਵਾਂਗੇ। ਸਿਆਣੇ ਕਹਿੰਦੇ ਆ ਵੀ ਸ਼ੇਰ ਛਟਾਕੀਆਂ ਨਾਲ ਸ਼ੇਰ ਬਣਦਾ। ਆਏ ਹਾਏ ਹਾਏ ਹਾਏ, ਸ਼ੇਰ ਛਟਾਕੀਆਂ ਨਾਲ ਸ਼ੇਰ ਬਣਦਾ। ਜਿਵੇਂ ਬਾਬੇ ਸ਼ੌਂਕੀ ਨੇ ਕਿਹਾ ਨਾ ਵੀ 16 ਛਟਾਂਕਾਂ ਦਾ ਇੱਕ ਸ਼ੇਰ ਹੁੰਦਾ, ਤੇ ਇਕੱਲੀ ਛਟਾਂਕ ਕੁਛ ਨਹੀਂ। ਰਾਓ ਉਸਮਾਨ ਸਾਹਿਬ ਨੇ ਹੱਥ ਖੜਾ ਕੀਤਾ ਜੀ। ਜਿਵੇਂ ਸ਼ੇਰ ਛਟਾਕੀਆਂ ਨਾਲ ਸ਼ੇਰ ਬਣਦਾ, ਕਿ ਛੋਟੀ ਜਿਹੜੀ ਇਕਾਈ ਆ ਨਾ ਉਹਦੇ ਨਾਲ ਮਿਲ ਕੇ ਕੋਈ ਵੀ ਬੜਾ ਉਹ ਬਣਦਾ।
ਮਸਲਨ ਕੋਈ ਚੌਧਰੀ ਬਣਿਆ, ਕੋਈ ਇੱਜ਼ਤ ਮਿਲੀ, ਕੋਈ ਸ਼ੋਹਰਤ ਮਿਲੀ, ਕੋਈ ਬੜੇ ਲੈਵਲ ਤੇ ਮਸ਼ਹੂਰ ਹੋਇਆ, ਉਹਨੂੰ ਉਹਦੇ ਪਿੱਛੇ ਛੋਟੀ ਛੋਟੀ ਚੀਜ਼ਾਂ ਹੁੰਦੀਆਂ, ਛੋਟੀ ਛੋਟੀ ਜਿਹੜੀ ਸਪੋਰਟ ਹੁੰਦੀ ਆ ਆਪਣੇ ਸਾਥੀਆਂ ਦੀ, ਦੋਸਤਾਂ ਦੀ, ਠੀਕ ਹੈ। ਮਸਲਨ ਕੋਈ ਅਗਰ ਸਿਆਸੀ ਤੌਰ ਤੇ ਵੱਡਾ ਬਣ ਗਿਆ ਤੇ ਉਹਦੇ ਪਿੱਛੇ ਵੀ ਜਿਸ ਤਰ੍ਹਾਂ ਵਰਕਰਾਂ ਦੀ ਇੱਕ ਸਪੋਰਟ ਹੁੰਦੀ ਆ, ਥੋੜਾ ਥੋੜਾ ਮਿਲ ਕੇ ਉਹ ਫਿਰ ਜ਼ਿਆਦਾ ਇੱਜ਼ਤ ਦਾ ਬਾਇਸ ਬਣਦਾ। ਇਸ ਵਾਸਤੇ ਕਿ ਸ਼ੇਰ ਨੂੰ ਇਹ ਧਿਆਨ ਰੱਖਣਾ ਚਾਹੀਦਾ ਵੀ ਉਹ ਛਟਾਕੀਆਂ ਨਾਲ ਮਿਲ ਕੇ ਬਣਿਆ ਹੋਇਆ, ਬਜਾਏ ਇਸ ਤੇ ਕਿ ਉਹ ਛਟਾਕੀਆਂ ਨੂੰ ਦੂਰ ਨਾ ਕਰੇ ਆਪਣੇ ਤੋਂ। ਤਾੜੀ ਲਾਓ ਬਈ, ਵਾਹ ਜੀ ਵਾਹ। ਕੱਲਾ ਬੰਦਾ ਕੁਛ ਨਹੀਂ, ਅਕਲਾਪਾ ਬੜੀ ਮਾੜੀ ਸ਼ੈ। ਅਕਲਾਪਾ ਮੌਤ ਬਰਾਬਰ ਹੁੰਦਾ। ਆ ਪਿਛਲੇ ਸਾਲ ਦਾ ਨਾ ਜੀ ਜਿਹੜੀ ਖਬਰਾਂ ਆਉਂਦੀਆਂ ਪੂਰੀ ਦੁਨੀਆ ਤੋਂ, ਉਹਨਾਂ ਦੇ ਵਿੱਚੋਂ ਇੱਕ ਖਬਰ ਇਹ ਆਈ ਆ ਵੀ ਜਾਪਾਨ ਦੇ ਵਿੱਚ 2025 ਚ ਅਕਲਾਪੇ ਨਾਲ 76,000 ਬੰਦਾ ਮਰਿਆ। ਅਕਲਾਪੇ ਨਾਲ ਸਿਆਣੇ ਕਹਿੰਦੇ ਆ ਵੀ ਕੱਲਾ ਤਾਂ ਸ਼ਾਲਾ ਰੁੱਖ ਵੀ ਨਾ ਹੋਵੇ। ਕੱਲੀ ਦੌਲਤ ਨਾ ਮੰਗ, ਕੱਲੀ ਦੌਲਤ ਕੁਛ ਨਹੀਂ ਜੇ ਸਿਹਤ ਨਾ ਹੋਈ। ਕੱਲੀ ਸਿਹਤ ਵੀ ਦੌਲਤ ਨਾ ਹੋਵੇ ਤਾਂ ਵੀ ਔਖਾ। ਹਰ ਨੇਮਤ ਜਿਹੜੀ ਜੁੜ ਜੁੜ ਕੇ ਜਾ ਕੇ ਬੰਦੇ ਦੀ ਉਹ ਤਮਾ ਪੂਰੀ ਹੁੰਦੀ ਜਾ ਕੇ ਫਿਰ ਕਿਤੇ। ਸਿਆਣੇ ਕਹਿੰਦੇ ਨਾ ਵੀ ਰੱਬ ਲੋੜ ਦੀ ਥੋੜ ਨਾ ਦਵੇ, ਚਾਹੇ ਥੋੜਾ ਹੋਵੇ ਲੋੜ ਦੀ ਹਰ ਸ਼ੈ ਹੋਵੇ। ਫਿਰ ਜਿਹੜੇ ਸੱਜਣ ਸੂਹ ਹੁੰਦੇ ਆ, ਕਿਸੇ ਦੇ ਮੱਥੇ ਲੱਗੇ, ਕਿਸੇ ਦਾ ਹਾਲ ਪੁੱਛੇ, ਕਿਸੇ ਨਾਲ ਸਾਂਝ ਰੱਖੇ ਤਾਂ ਫਿਰ ਵੱਡਾ ਤੂੰ। ਆਪਣਿਆਂ ਨੂੰ ਇੱਜ਼ਤ ਦੇਣੀ ਤੇ ਫਿਰ ਕੋਈ ਲਾਗੇ ਲੱਗਦਾ। ਸਿਆਣੇ ਕਹਿੰਦੇ ਆ ਨਾ ਵੀ ਆਹ ਨੌਹਾਂ ਤੇ ਗੁੜ ਲਾ ਕੇ ਚਟਾਣਾ ਪੈਂਦਾ। ਤੂੰ ਕਹੇ ਵੀ ਮੈਂ ਆਪ ਦਾ ਮਤਲਬ ਪੂਰਾ ਕਰੀ ਜਾਵਾਂ ਤੇ ਮੈਂ ਸਾਰਿਆਂ ਨੂੰ ਬੁੱਧੂ ਬਣਾਈ ਰੱਖਾਂ, ਇਦਾਂ ਟਾਈਮ ਨਹੀਂ ਟੱਪਦਾ। ਇਦਾਂ ਦੇ ਬੰਦੇ ਫਿਰ ਜਾ ਕੇ ਉਹ ਇਕੱਲੇ ਰਹਿ ਜਾਂਦੇ। ਮੈਂ ਕਹਿੰਦਾ ਵੀ ਜਿੱਦਾਂ ਹਾਲਾਤ ਬਣੇ ਹੋਏ ਆ, ਥੋੜ੍ਹੀ ਜਿਹੀ ਅਖਿਆਈ ਸਖਿਆਈ ਦੇ ਹਾਲਾਤ ਆ। ਅਸੀਂ ਪੜ੍ਹਦੇ ਵੀ ਆ ਵੀ ਲਵੇ ਮੁੰਡੇ ਘਾਬਰ ਕੇ ਕੋਈ ਕੋਠੇ ਤੋਂ ਛਾਲ ਮਾਰ ਦਿੰਦਾ, ਕੋਈ ਕਿੱਦਾਂ ਕੋਈ ਰੱਸਾ ਪਾ ਲੈਂਦਾ ਪੱਖੇ ਨੂੰ, ਕੋਈ ਕਿਸੇ ਰੁੱਖ ਨੂੰ। ਜੇ ਉਹ ਆਪਣਾ ਦੁੱਖ ਸਾਂਝਾ ਕਰਨ, ਜੇ ਉਹ ਕਿਤੇ ਰਲ ਕੇ ਕਿਸੇ ਟਾਈਮ ਵੀ ਬਹਿਣ, ਤੇ ਮੈਂ ਇਸ ਗੱਲ ਨੂੰ ਲਿਖ ਕੇ ਦਿੰਨਾ, ਜੇ ਉਹ ਕਿਸੇ ਨਾਲ ਦੁੱਖ ਸਾਂਝਾ ਕਰਨਾ ਤੇ ਉਹ ਕਦੀ ਵੀ ਇੱਥੇ ਤੱਕ ਨਾ ਪਹੁੰਚਣ। ਕਿਉਂ? ਦੁੱਖ ਸੁਣਾਇਆ ਦੁੱਖ ਘਟਦਾ। ਕਿਸੇ ਦੇ ਦੁੱਖ ਸੁੱਖ ਦੇ ਸਾਥੀ ਬਣ ਕੇ ਰਹਿਣਾ ਚਾਹੀਦਾ। ਸੱਜੇ ਖੱਬੇ ਨਿਗਾਹ ਰੱਖਣੀ ਚਾਹੀਦੀ ਹੈ। ਹੁਣ ਸਾਡੇ ਇੱਥੇ ਇੱਕ ਖਬਰ ਆਈ ਸੀ, ਅੱਲਾ ਜਾਣਦਾ ਵੀ ਉਹ ਕਿੰਨੀ ਸੱਚੀ ਸੀ, ਕਿੰਨੀ ਝੂਠ ਸੀ, ਕੀ ਉਹਦੇ 'ਚ ਸਾਰੀ ਦਾਸਤਾਨ ਸੀ, ਕੀ ਕਹਾਣੀ ਸੀ, ਅਸੀਂ ਅੱਖਾਂ ਨਾਲ ਨਹੀਂ ਦੇਖਿਆ। ਪਰ ਜਿੰਨੀ ਕੁ ਸੁਣੀ ਆ ਨਾ, ਉਹਦਾ ਦੁੱਖ ਬੜਾ ਹੋਇਆ। ਕਹਿੰਦੇ ਵੀ ਇੱਕ ਬੁੜੇ ਪਿਓ ਨੇ ਆਪਣਾ ਜਵਾਨ ਪੁੱਤ ਬਗੈਰ ਕਫਨ ਤੋਂ ਕਬਰਸਤਾਨ ਲੈ ਗਿਆ। ਗੱਲ ਇਹ ਨਹੀਂ ਵੀ ਉਹ ਕਬਰਸਤਾਨ ਪਹੁੰਚ ਗਿਆ, ਮੈਂ ਕਹਿੰਦਾ ਵੀ ਉਹ ਉੱਥੇ ਤੱਕ ਪਹੁੰਚ ਕਿਵੇਂ ਗਿਆ ਯਾਰ। ਕੋਈ ਆਂਢ ਗਵਾਂਢ ਦੇ ਵਿੱਚ ਕਿਸੇ ਨਾਲ ਉਹਦੀ ਸਾਂਝ, ਕੋਈ ਦੇਖਦਾ ਹੋਊਗਾ ਵੀ ਯਾਰ ਇਹਦਾ ਕੋਈ ਫੌਤਗੀ ਹੋਈ ਆ। ਮੰਨਿਆ ਵੀ ਉਹ ਜਿਵੇਂ ਸੁਣਿਆ ਕਿ ਉਹ ਪਹਿਲਾਂ ਬਿਮਾਰ ਸੀ, ਉਹਦੇ ਤੇ ਖਰਚਾ ਬੜਾ ਹੋਇਆ। ਉੱਥੇ ਜਾ ਕੇ ਫਿਰ ਪੁਲਿਸ ਨੇ ਉਹ ਕਫਨ ਪਾਇਆ। ਬੜਾ ਦਿਲ ਦੁਖਿਆ ਉਹ ਦਾਸਤਾਨ ਸੁਣ ਕੇ। ਪਰ ਯਾਰ ਇੱਕ ਵਾਰੀ ਮੈਨੂੰ ਵੀ ਤੇ ਸਾਰਿਆਂ ਨੂੰ ਆਪ ਦੇ ਗਿਰੇਬਾਨ 'ਚ ਇੱਕ ਵਾਰੀ ਦੇਖਣਾ ਪੈਣਾ ਵੀ ਯਾਰ ਅਸੀਂ ਸੱਜੇ ਖੱਬੇ ਦੀ ਖਬਰਗੀਰੀ ਛੱਡ ਗਏ। ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਸੀ ਵੀ ਯਾਰ ਸੱਜੇ ਖੱਬੇ ਦੀ ਖਬਰਗੀਰੀ ਹੋਣੀ ਚਾਹੀਦੀ। ਸਾਨੂੰ ਤਾਂ ਇੱਥੇ ਤੱਕ ਹੁਕਮ ਮਿਲਿਆ ਸੀ ਵੀ ਜਿਹੜੀ 5 ਟਾਈਮ ਨਮਾਜ਼ ਪੜ੍ਹਨੀ ਹੈ ਨਾ ਮਸੀਤ 'ਤੇ, ਉਹ ਵੀ ਇੱਕ ਦੂਏ ਦੇ ਮੱਥੇ ਲੱਗਣ ਦਾ। ਹੋਰ ਤਾਂ ਹੈ ਹੀ ਆ ਉਹਦੇ 'ਚ ਬੜੀਆਂ ਕਹਿ ਲਓ ਵੀ ਹਿਕਮਤਾਂ ਹੈ ਆ, ਪਰ ਇਹ ਵੀ ਇੱਕ ਹਿਕਮਤ ਆ ਵੀ ਰੋਜ਼ ਕਿਸੇ ਦੇ ਮੱਥੇ ਲੱਗਣਾ। ਉਹ ਸਾਰੀ ਆਬਾਦੀ ਦੇ ਇੱਕ ਦੂਏ ਦਾ ਹਾਲ ਬੰਦੇ ਨੂੰ ਪਤਾ ਲੱਗਦਾ ਰਹਿੰਦਾ। ਵੀ ਨਿਰਾ ਅਕਲਾਪੇ ਦੇ ਵਿੱਚ ਵਡਿਆਈ ਨਹੀਂ ਹੁੰਦੀ। ਗੱਲ ਸਿਰਫ ਕਰਨ ਦਾ ਇਹ ਸੀ ਵੀ ਇੱਕ ਦੂਏ ਦੇ ਮੱਥੇ ਲੱਗਦੇ ਰਹੋ, ਦੁੱਖ ਵੰਡਦੇ ਰਹੋ। ਅਸੀਂ ਅਗਲਾ ਸਵਾਲ ਕਰਨ ਲੱਗੇ ਹਾਂ। ਸਾਨੂੰ ਆ ਫੀਤਾ ਇਹ ਜਿਹੜਾ ਲੋੜ ਪੈਂਦੀ ਰਹਿੰਦੀ ਹੈ, ਜਿਹੜਾ ਖਾਣ ਸੀ ਇਹਦਾ ਕੋਈ ਨਾਮ ਕੋਈ ਨਹੀਂ? ਓਹੋ ਮੈਂ ਜੀ ਉਸਮਾਨ ਸਾਹਿਬ ਦਾ ਗੱਲ ਲੰਬੀ ਹੋ ਗਈ। ਗੁੜ ਕਿਹਾ ਸੀ ਹਾਂਜੀ। ਆ ਬੰਦੇ ਬੜੇ ਚੌਕਸ ਬੈਠੇ, ਉਹਨਾਂ ਨੂੰ ਚੇਤੇ ਆ ਵੀ ਗੁੜ ਕਿਹਾ ਸੀ। ਉਹ ਕਹਿੰਦੇ ਵੀ ਕਿਤੇ ਫੀਤਾ ਨਾ ਦੇ ਦੇ। ਵਾਹ ਤਾੜੀ ਲਾਓ ਜੀ। ਆ ਗੁੜ ਜੀ ਜਿਉਂਦੇ ਵਾਸਤੇ। ਲਓ ਉਸਮਾਨ ਸਾਹਿਬ ਲਓ ਜੀ। ਸਾਡੇ ਕੋਲ ਸਮਝ ਲਓ ਅਖੀਰਲਾ ਨਾਮ ਆ ਸਾਫਾ ਪਿਆ ਜੀ। ਸਾਫੇ ਦਾ ਸਵਾਲ ਆ, ਕੋਈ ਬੰਦਾ ਪੂਰੀ ਥੁੜਕੇ ਨਾ, ਪੂਰੀ ਅਲਫ ਬੇ ਸੁਣਾਣੀ ਤੇ ਅਸੀਂ ਉਹਨੂੰ ਸਾਫਾ ਦੇ ਦਾਂਗੇ। ਲੈ ਕੰਮ ਨਹੀਂ ਸੌਖਾ, ਥੁੜਕੇ ਨਾ ਜੀ। ਇਹ ਕਿਹੜਾ ਸਵਾਲ ਹੈ? ਕੋਈ ਸਵਾਲ ਕਰੇਗਾ ਹਾਂ ਯਾਰ ਜਿਹਦੇ ਤੋਂ ਸਾਨੂੰ ਸਵਾਦ ਵੀ ਆਵੇ। ਤੂੰ ਸੁਣਾਏਗਾ? ਲਓ ਜੀ ਆਮਰ ਕਹਿੰਦਾ ਮੈਂ ਸੁਣਾਉਂਗਾ। ਹਾਂਜੀ ਅਲਫ ਬੇ ਪੂਰੀ ਸੁਣਾਣੀ। ਅਲਫ ਬੇ ਪੇ ਤੇ ਟੇ ਸੇ ਜੀਮ ਹੈ ਖੇ ਚੇ 6 ਥਾਂ ਤੋਂ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਤੇ ਲੈ ਗਏ। ਹਾਂਜੀ ਇਹ ਕਿਹੜੇ ਕਿਉਂ ਮੈਂ ਕਿਉਂ ਕਰ ਦੇਣੀ? ਹਾਂ ਥੁੜਕਣਾ ਨਹੀਂ। ਨਹੀਂ ਅਲੀ ਬੇ ਪੇ ਤੇ ਟੇ ਸੇ ਜੀਮ ਚੇ ਹੈ ਖੇ ਦਾਲ ਦਾਲ ਜ਼ਾਲ ਦਾਲ ਰੇ
जे सीन सीन स्वाद द्वाद तोय जोय एन गैन जे दो बार किया दोबारा बेच छोड़ दाल हाँ दाल डाल जा की दाल डाल जाल रे जे ठीक है जी तू दोबारा फिर मनोगे हाँ तोय जोय एन गैन फे काफ लाम मीम नून या हमजा छोटिए बड़ी करते यार ਨਹੀਂ ਸਵਾਦ ਵੀ ਛੱਡ ਗਿਆ ਨਹੀਂ ਉਹਨੇ ਨਾ ਤੁਸੀਂ ਮੈਨੂੰ ਕਰਤਾ ਮੈਂ ਦੋ ਵਾਰੀ ਸੁਣਾਤੀ ਤੁਹਾਨੂੰ ਦੁਬਾਰਾ ਚਲੋ ਜੀ ਇੱਕ ਮੌਕਾ ਦੇ ਦਿਓ ਯਾਰ ਪਤਾ ਕੀ ਹੋਇਆ ਰਾਣਾ ਸਾਹਿਬ ਵਿੱਚੋਂ ਬੋਲ ਪਏ ਇਹਨੇ ਵੀ ਉਹ ਚਲਿਆ ਗਿਆ ਸੀਗਾ ਸਵਾਦ ਦੁਆਤ ਥੁੜਕ ਗਿਆ ਬਸ ਨਹੀਂ ਉਹ ਵਿਚਾਰਾ ਜਾ ਰਿਹਾ ਚੰਗਾ ਭਲਾ ਜਾ ਰਿਹਾ ਸੀ ਥੁੜਕਾਇਆ ਉਹਨੂੰ ਇੱਕੋ ਮੌਕਾ ਜੀ ਤੂੰ ਆਰਾਮ ਨਾਲ ਸੁਣਾ ਤੇ ਕਾਲੀ ਹੈ ਕਿਤੇ ਜਾਣਾ ਇਹ ਸਪੀਡ ਨਾਲ ਸਹੀ ਸੁਣਾਈ ਜਾਣੀ ਅਲੀ ਬੇ ਪੇ ਤੇ ਟੇ ਸੇ ਜੀਮ ਚੇ ਹੈ ਖੇ ਦਾਲ ਡਾਲ ਜ਼ਾਲ ਜੇ ਸੀਨ ਸ਼ੀਨ ਸਵਾਦ ਜਵਾਦ ਤੋਏ ਜ਼ੋਏ ਰੇ ਕਿੱਧਰ ਗਈ ਹਾਂਜੀ ਹੋਰ ਵੀ ਕੋਈ ਬੰਦਾ ਅਲੱਬੇ ਸੁਣਾਵੇ ਜੀ ਹਾਂ ਸੁਣਾਓ ਜੀ ਉਸਮਾਨ ਸਾਹਿਬ ਸੁਣਾਓ अलिफ बे पे ते टे से जीम चे हे खे दाल डाल जाल रे अड़े जे सीन शीन स्वाद ज़्वाद तोय ज़ोय ऐन गैन फे काफ काफ गाफ लाम मीम नून वाओ हे हमजा छोटिए बड़िए ਅੱਛਾ ਜੀ ਆ ਮੁੰਡੇ ਨੇ ਹੱਥ ਖੜਾ ਕਰਿਆ ਸੀ ਹਾਂਜੀ ਸੁਣਾਓ ਜੀ अली बे पे टे टे से जीम हे खे चे ਚਲੋ ਜੀ ਇਹ ਜੀ ਉਸਮਾਨ ਸਾਹਿਬ ਦਾ ਹੀ ਹੈ ਸਾਫਾ ਲੈ ਲਓ ਜੀ ਉਸਮਾਨ ਤਾੜੀ ਲਾਓ ਜੀ ਸਾਫਾ ਜਾ ਰਿਹਾ ਸਾਫਾ ਮੋਮਿਨ ਫਾਫਾ ਵੀ ਨਹੀਂ ਲੱਥਾ ਆ ਜੀ ਅੱਛਾ ਜੀ ਹੁਣ ਅਖੀਰ ਦੇ ਉੱਤੇ ਗੁੜ ਪਿਆ ਜੀ ਤੇ ਅਖੀਰ ਦੇ ਉੱਤੇ ਜਿੱਧਰ ਮੈਂ ਤੁਹਾਨੂੰ ਤੋਰ ਕੇ ਲੈ ਕੇ ਚੱਲਾਂ ਨਾ ਉਸੇ ਪਾਸੇ ਦਾ ਸਵਾਲ ਆ ਕਿ ਸਾਡਾ ਇੱਕ ਪੰਜਾਬ ਦਾ ਸ਼ਹਿਰ ਆ ਜੀ ਮੀਆਂ ਚੰਨੂ ਨੂੰ ਮੀਆਂ ਚੰਨੂ ਕਿਉਂ ਕਹਿੰਦੇ ਆ ਜਿਹਨੂੰ ਪਤਾ ਹੋਵੇ ਹੱਥ ਖੜਾ ਕਰੇ ਫਿਰ ਮੈਂ ਅਗਲੀ ਗੱਲ ਦੱਸਦਾ ਵੀ ਮੈਂ ਕਿਉਂ ਪੁੱਛਿਆ ਜੀ ਬਿਸਮਿਲ੍ਲਾ ਜੀ सर जी मियाँ चन्नू बाबा मियाँ चन्नू सरकार रहमतुल्लाह ਤਾੜੀ ਲਾਓ ਜੀ ਇੱਕ ਦਰਵੇਸ਼ ਦੇ ਨਾਂ ਤੇ ਉਹਨਾਂ ਦੇ ਨਾਮ ਬਜ਼ੁਰਗ ਦੇ ਨਾਂ ਤੇ ਹਾਂਜੀ ਵਾਹ ਵੀ ਵਾਹ। ਲਓ ਜੀ ਗੋਲ ਲੈ ਲਓ ਇਹ ਤੁਹਾਡਾ ਨਾਮ ਆ ਜੀ ਤੁਸੀਂ ਸਵਾਲ ਦਾ ਜਵਾਬ ਦਿਆ ਮੈਂ ਜੀ ਇਹਨਾਂ ਕਰਕੇ ਹੀ ਪੁੱਛਿਆ ਸੀ ਇਹ ਮੀਆਂ ਚੰਨੂ ਤੋਂ ਆਏ ਆ ਤੇ ਸਾਡੇ ਅੱਜ ਦੇ ਗਵਈਏ ਆ ਲਵਾ ਮੁੰਡਾ ਮਿਹਨਤ ਕਰ ਰਿਹਾ ਜੀ ਤੇ ਉਂਝ ਲਿਖਿਆ ਪੜਿਆ ਵੀ ਹੈ ਸ਼ੌਕ ਆ ਤੇ ਸੁਣਦੇ ਆ ਵੀ ਮੁੰਡਾ ਕਿੱਦਾਂ ਦਾ ਗਾਉਂਦਾ ਪੂਰਾ ਨਾਂ ਜੀ ਤੁਹਾਡਾ ਕੀ ਮੁਹੰਮਦ ਸ਼ਾਹ ਨਜ਼ੀਰ ਸਾਹਿਬ ਮੀਆਂ ਚੰਨੂ ਤਾੜੀ ਲਾਓ ਅੱਛਾ ਜੀ ਗੀਤ ਸੁਣਨ ਤੋਂ ਪਹਿਲਾਂ ਨਾ ਜੀ ਚਾਹ ਉਧਰੋਂ ਪੱਕ ਗਈ ਆ ਤੇ ਮਠਿਆਈ ਖਿਲਾਣੀ ਅਸੀਂ ਉਸ ਤੋਂ ਪਹਿਲਾਂ ਨਾ ਜੀ ਮੈਂ ਤਾੜੀਆਂ ਲਵਾਣੀਆਂ ਜਿਹੜਾ ਫਖਰ ਰਹਿਮੇ ਸ਼ਾਹ ਅੱਜ ਸਾਰਾ ਸੇਰਾ ਜਾਂਦਾ ਸਾਡੇ ਭਰਾਵਾਂ ਨੂੰ ਜਿਨ੍ਹਾਂ ਨੇ ਸਾਰੀ ਮਿਹਨਤ ਕੀਤੀ ਆ ਉਹਨਾਂ ਨੂੰ ਇੱਕ ਵਾਰੀ ਸੱਦ ਕੇ ਨਾ ਜੀ ਅਸੀਂ ਆਪਣੇ ਹੱਥਾਂ ਨਾਲ ਮੂੰਹ ਮਿੱਠਾ ਕਰਾਣਾ ਬਾਈ ਪੰਮਾ ਸ਼ੌਕਤ ਤੇ ਮਾਲਾ ਤਾੜੀ ਲਾਓ ਜੀ ਆ ਜਾਓ ਇੱਥੇ ਆਓ ਅੱਛਾ ਕੱਪ ਮਿਲਿਆ ਜੀ ਤਾੜੀ ਲਾਓ ਜੀ ਕੱਪ ਵਾਹ 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 ਚਾਹ ਵੀ ਆ ਗਈ ਵਾਹ ਬਈ ਵਾਹ ਲਓ ਜੀ ਕੱਪ ਆ ਗਿਆ ਮਾਸ਼ਾਅੱਲਾ ਫਖਰ ਰਹਿਮੇ ਸ਼ਾਹ ਦਾ ਪਹਿਲਾ ਕੱਪ ਜ਼ਿੰਦਾਬਾਦ ਜੀ ਜ਼ਿੰਦਾਬਾਦ ਬਿਸਮਿਲ੍ਲਾ ਜੀ ਸਿਰ ਮੱਥੇ ਦੇ ਕੱਪ ਜੀ ਇਹ ਨਾ ਦੇਖਿਓ ਵੀ ਇਹ ਵੀ ਪਲਾਸਟਿਕ ਦਾ ਇਹ ਬਹੁਤ ਵੱਡਾ ਇਨਾਮ ਹੈ ਬੜਾ ਵੱਡਾ ਹੌਸਲਾ ਹੈ ਬੜਾ ਵੱਡਾ ਥਾਪੜਾ ਇਹ ਲੈਣ ਵਾਸਤੇ ਬੰਦਿਆਂ ਨੂੰ ਸਾਲ ਲੱਗ ਜਾਂਦਾ ਜੀ ਤੇ ਇਹ ਜੀ ਅੱਲਾ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਅੱਲਾ ਸਾਈਂ ਦੇ ਤੇ ਅਸੀਂ ਨਾ ਜੀ ਮੂੰਹ ਮਿੱਠਾ ਕਰਾਉਂਦੇ ਹਾਂ ਬਾਈ ਪੰਮੇ ਦਾ ਜਿਨ੍ਹਾਂ ਨੇ ਜੀ ਬੜੀ ਮਿਹਨਤ ਕੀਤੀ ਤੇ ਫਖਰ ਰਹਿਮੇ ਸ਼ਾਹ ਦੇ ਅਸਲ ਮਾਲਕ ਆ ਫੜੋ ਜੀ ਲਓ ਜੀ ਮਾਲਾ ਜੀ ਇੱਕ ਵਾਰੀ ਤਾੜੀ ਲਾਓ ਜੀ ਨਾ ਭਰਾਵਾਂ ਵਾਸਤੇ ਪੂਰੇ ਪਿੰਡ ਦਾ ਫਖਰ ਆ ਜੀ ਸਾਡੇ ਪੂਰੇ ਪਿੰਡ ਨੂੰ ਇਸ ਗੱਲ ਦਾ ਚਾਅ ਲੱਗਿਆ ਜੀ ਟੈਲੀਫੋਨ ਕਰਕੇ ਬੰਦਿਆਂ ਨੇ ਮੁਬਾਰਕਾਂ ਦਈਆਂ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਜੀ ਤੇ ਤੁਹਾਨੂੰ ਦੇਖਣ ਵਾਲਿਆਂ ਨੂੰ ਮੁਬਾਰਕ ਹੋਵੇ ਜੀ ਹਾਂਜੀ ਜਿੱਤ ਸਾਂਝੀ ਹੁੰਦੀ ਆ ਹਾਰ ਦਾ ਵਾਲੀ ਵਾਰਸ ਕੋਈ ਨਹੀਂ ਆ ਦਿਓ ਜੀ ਸਾਰਿਆਂ ਨੂੰ ਮਠਿਆਈ ਦਾ ਡੇਲੀ ਜੀ ਬੈਠੋ ਜੀ ਬਹੁਤ ਬਹੁਤ ਮੁਬਾਰਕ ਹੋਵੇ ਜੀ ਪੰਮਾ ਜੀ ਸ਼ੌਕਤ ਜੀ ਅੱਛਾ ਜੀ ਹੁਣ ਨਾ ਗੀਤ ਸੁਣਦੇ ਆ ਚਾਹ ਪੀਂਦੇ ਅਖੀਰਲੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਸੀ ਜੇ ਤੁਹਾਡੇ ਸੂਤ ਆ ਜਾਵੇ ਅੱਗੇ ਤੁਹਾਡੇ ਨਸੀਬ ਆ ਜੀ ਸਾਡੇ ਇੱਕ ਭਰਾ ਜੀ ਮਸਕਤ ਦੇ ਵਿੱਚੋਂ ਉਂਝ ਰਹਿਣ ਵਾਲੇ ਇੱਥੇ ਸਰਗੋਧੇ ਦੇ ਆ ਕੋਟ ਮੋਮਣ ਦੇ ਸਗੀਰ ਅਹਿਮਦ ਗੁੱਜਰ ਸਾਹਿਬ ਉਹਨਾਂ ਨੇ ਕਿਹਾ ਸੀਗਾ ਨਾ ਜੀ ਸੰਜੋਗ ਵੇਲਾ ਦੇ ਵਿੱਚ ਤੁਸੀਂ ਇੱਕ ਸਵਾਲ ਪੁੱਛਣਾ ਤੇ ਸਾਡੇ ਵੱਲੋਂ 1000 ਰੁਪਈਆ ਜੀ ਉਹ ਪੁੱਛਣਾ ਇਹ ਹੈ ਜੀ ਜਿਹੜੇ ਪੁਰਾਣੇ ਹਲ ਹੁੰਦੇ ਸੀ ਉਹ ਕਿੰਨੀ ਕਿਸਮ ਦੇ ਹੁੰਦੇ ਸੀ ਜਿਹੜੇ ਪੁਰਾਣੇ ਹਲ ਸੀ ਨਾ ਜੀ ਉਹ ਕਿਹੜੇ ਹਲ ਹੁੰਦੇ ਸੀ
ਪੱਥਾ ਹੁੰਦਾ ਸੀ ਆ ਬਾਬਾ ਸ਼ੌਂਕੀ ਪਾਣੀ ਪੈਂਦੀ ਸਾਡੀ ਨਾ ਜੀ ਇੱਕ ਲਾਈਟ ਖਰਾਬ ਹੋ ਗਈ, ਇੱਕ ਚੱਲ ਰਹੀ ਹੈ, ਤਾਂ ਕਰਕੇ ਫਿਰ ਇੱਕ ਪੱਥੇ ਵਾਲਾ ਹੁੰਦਾ ਸੀ ਜੀ ਪੱਥੇ ਵਾਲਾ ਪੱਥਾ ਹੂੰ। ਉਹਦੇ ਤੇ ਕਾਂਤ ਰੱਖ ਹੁੰਦੀ ਸੀ, ਹੂੰ। ਫਿਰ ਉਹਦੀ ਫਾਲੀ ਪੈਂਦੀ ਸੀ। ਹਾਂਜੀ ਇੱਕ ਹਲ ਹੁੰਦੀ ਸੀ, ਹਾਂ। ਇੱਕ ਚਊ ਵਾਲਾ ਹਲ ਹੁੰਦਾ ਹਾਏ ਹਾਏ ਅੱਛਾ। ਇਹ ਤਿੰਨ ਹਲ ਸੀ। ਹਾਂਜੀ। ਉਸ ਤੋਂ ਪਿੱਛੇ ਫਿਰ ਹੁਣ ਲੋਹੇ ਦੇ ਹੀ ਚੱਲ ਰਹੇ ਆ। ਲੋਹੇ ਤਰਫਾਲੀ ਵੀ ਵਿੱਚ ਆਊਗੀ। ਤਰਫਾਲੀ ਵਾਹ ਵੀ ਵਾਹ ਹੈ, ਵਾਹ। ਹਾਂ। ਅੱਛਾ ਜੀ, ਤਾੜੀ ਵੀ ਨਹੀਂ ਲਵਾਉਣ ਦਿੱਤੀ। ਉਹ ਹਾਲ ਜਿਹੜਾ ਹੁੰਦਾ ਇੱਕ ਪਿਓਰ ਲੱਕੜ ਦਾ ਹਾਲ ਹੁੰਦਾ ਸੀ, ਹਾਂ। ਕਿ ਉਹਦੇ ਪੰਜਾ ਵੀ ਲੱਕੜ ਦਾ ਹੁੰਦਾ ਸੀ, ਹਾਂਜੀ। ਇੱਕ ਦੇ ਵਿੱਚ ਫਾਲੀ ਪਾਈ ਹੁੰਦੀ ਸੀ। ਹਾਂ ਹਾਂ ਹੁੰਦਾ ਲੱਕੜ ਦਾ ਹੀ ਸੀ। ਸਹੀ ਹੈ, ਦੋ ਹੋ ਗਈਆਂ, ਦੋ ਕਿਸਮਾਂ ਹੋ ਗਈਆਂ। ਹਾਂ, ਬਾਕੀ ਦੋ ਤਰਫਾਲੀ ਵੀ ਆ ਗਈ ਸੀ। ਬਾਕੀ ਤਾਂ ਉਹ ਦੂਸਰੇ ਸੀ ਨਾ, ਇਹ ਮੇਨ ਹਾਲ ਦੋ ਚੱਲਦੇ ਸੀ। ਹਾਂ। ਇਹ ਕਹਿੰਦਾ ਵੀ 2-250 ਮੇਰਾ ਬਣ ਜੇ 1000 ਚੋਂ, ਇਦਾਂ ਨਹੀਂ ਬਣਦਾ। ਬਾਬੇ ਸ਼ੌਂਕੀ ਨੇ 3 ਕਿਸਮਾਂ ਦੱਸੀਆਂ। ਤੁਸੀਂ ਵੀ ਕੋਈ ਕਹਿ ਰਹੇ ਸੀ ਵੀ ਐਡ ਵਿੱਚ ਤਰਫਾਲੀ ਵੀ ਆ ਗਈ ਸੀ ਹਾਲ। ਹਾਂਜੀ। 2 ਹਲਦਾਂ ਦੀ ਕਿਸਮਾਂ ਸੀ ਨਾ, ਤੀਸਰੀ ਤਰਫਾਲੀ ਵੀ ਆ ਗਈ ਸੀ। 150 ਦਾ, ਇਹ 150 ਦੇ ਚੱਕਰਾਂ 'ਚ ਕੇਰੇ ਵਾਲੀ ਪੋਰਾ ਤਾੜੀ ਲਾਓ ਬਾਈ। 500 ਹੋ ਗਿਆ ਬਾਬਾ ਜੀ, 500 ਹੋ ਗਿਆ ਬਈ। ਹਾਂ ਪੋਰੇ ਦੇ ਨਾਲ ਹੀ ਵੱਜਦਾ, ਹਲ ਨਾਲ ਹੀ ਪੋਰਾ ਵੱਜਦਾ ਸੀ ਜੀ, ਇਕੱਲਾ ਪੋਰਾ ਨਹੀਂ ਸੀ ਹੁੰਦਾ, ਹਲ ਨਾਲ ਹੀ ਵੱਜਦਾ ਸੀ। ਆ ਗੱਲ ਸੁਣੋ ਕੀ ਜੀ? ਪੋਰੇ ਆ ਹਲ ਨਾਲ ਵੱਜਦਾ ਤਾ ਜੀ। ਹਾਂ, ਬੰਦੇ ਹੁੰਦੇ ਸੀ, ਕੱਲਾ ਪੋਰਾ ਨਹੀਂ। ਹਾਂ ਜੀ, ਇਕੱਲਾ ਪੋਰਾ ਨਹੀਂ। ਆਏ ਹਾਏ ਹਾਏ, ਕੈਸੀ ਵੰਡ ਕਰੀ। ਤਾੜੀ ਲਾ ਯਾਰ, ਹੈ ਤਾਂ ਚਾਹ ਪੀ ਰਹੇ। ਉਹ ਚਾਹ ਨਾ ਡੋਲ ਲਿਓ, ਰਹਿਣ ਦਿਓ ਤਾੜੀ, ਰਹਿਣ ਦਿਓ, ਚਾਹ ਨਾ ਡੋਲ ਲਿਓ। ਤਾੜੀ ਹੋ ਗਈ ਜੀ ਤੁਹਾਡੀ ਵਜਾਏ ਵਰਗੀ ਹੋ ਗਈ ਯਾਰ। ਇੱਧਰ ਮੈਨੂੰ ਚਾਲੂ ਕਰਨ ਦਿਓ, ਤੁਸੀਂ ਤਾਂ ਆਪਦੀ ਲੜਾਈ ਪਾ ਕੇ ਬਹਿ ਗਏ ਯਾਰ। ਉਹ ਬਾਅਦ ਚ ਬੜੇ ਪਹਿਲੇ ਦੀ ਗੱਲ ਕਰਦੇ ਆਂ, ਜਿਹੜੇ ਸ਼ੁਰੂ ਸਟਾਰਟ। ਹਾਂਜੀ ਹਾਂਜੀ, ਅਸੀਂ ਉਹ ਦੇਖੀ ਗੱਲ ਜਿਹੜੀ ਪਹਿਲੇ ਦੇਖੀ, ਹੁਣ ਬਾਅਦ ਚ ਤੁਸੀਂ ਜੋ ਮਰਜ਼ੀ ਬਣਾਓ। ਹੁਣ ਰਫਤਾਰ ਦਾ ਕੰਮ ਆ। ਤੁਹਾਡੀ ਯਾਰ ਲੜਾਈ ਕੀ ਆ, ਮੈਨੂੰ ਦੱਸੋ। ਅਸੀਂ ਉਹ ਤੋਂ 40 ਸਾਲ ਬਾਅਦ ਜੰਮੇ ਆ, ਅਸੀਂ ਤਾਂ ਜਿਹੜਾ ਵੇਖਿਆ ਉਹੀ ਦੱਸਣਾ। ਤੇ ਮੈਂ ਸਵਾਲ ਪੁਰਾਣੇ ਦਾ ਕਰਿਆ। ਮੈਂ ਦੱਸਿਆ ਯਾਰ ਲੈ ਵੀ ਪੁਰਾਣਾ ਬਾਬੇ ਦੀ ਹੁਣ 100 ਸਾਲ ਉਮਰ। ਨਹੀਂ ਤੂੰ ਇੱਕ ਦੱਸਿਆ ਨਾ, ਨਹੀਂ ਇੱਕ ਦੱਸਿਆ ਨਾ, 4 ਪੁੱਛੇ ਐਵੇਂ 250 ਬਣ ਗਿਆ। ਮੇਰੀ ਗੱਲ ਸੁਣੋ ਜੀ, ਦੇਖੋ ਜਦੋਂ ਮੈਂ ਸਵਾਲ ਪੁੱਛਿਆ ਨਾ, ਉਸ ਟਾਈਮ ਹੱਥ ਖੜਾ ਸਿਰਫ ਬਾਬੇ ਸ਼ੌਂਕੀ ਨੇ ਕੀਤਾ। ਜਦੋਂ ਬਾਬਾ ਸ਼ੌਂਕੀ ਨੇ 3 ਕਿਸਮਾਂ ਦੱਸਤੀਆਂ, ਫਿਰ ਇਹਨਾਂ ਦੇ ਦਿਮਾਗ ਦੀ ਰੀਲ ਚੱਲੀ ਆ, ਗੱਲ ਚੋਂ ਗੱਲ ਕੱਢੀ ਆ। ਇਹ ਚਲਾਕੀ ਇਹਨਾਂ ਨੇ ਕਰੀ ਆ ਤੇ ਮੁੜ ਕੇ ਹੱਥ ਖੜੇ ਕੀਤੇ ਆ, ਉਹ ਜਵਾਬ ਨਹੀਂ। ਜੇ ਤੁਹਾਨੂੰ, ਤੁਸੀਂ ਮੇਰੀ ਗੱਲ ਸੁਣੋ ਨਾ, ਤੁਹਾਨੂੰ ਜੇ ਇਤਰਾਜ਼ ਨਾ ਹੋਵੇ ਤੇ ਮੇਰਾ ਬਟੂਆ ਪਿਆ ਤੇ ਮੈਂ ਬਾਬੇ ਸ਼ੌਂਕੀ ਨੂੰ 1000 ਰੁਪਈਆ ਦੇ ਦੇਵਾਂ। ਤਾੜੀ ਲਾਓ। ਲਓ ਜੀ ਬਾਬਾ ਜੀ, ਆ 1000 ਰੁਪਈਆ ਜੀ। ਸਗੀਰ ਅਹਿਮਦ ਗੁੱਜਰ ਸਾਹਿਬ, ਤੁਹਾਡੀ ਇਮਾਨਤ ਪਹੁੰਚ ਗਈ ਖੈਰੀ ਸਲਾਮਤੀ। ਤੇ ਹੁਣ ਜੀ ਤੁਸੀਂ ਨਾ ਜੀ ਬਟਨ ਦੱਬਿਓ, ਜਿਹੜੇ ਚਾਹ ਵਾਲੇ ਰਹਿ ਗਏ ਚਾਹ ਪੀ ਲੈਣ, ਕੋਈ ਮਠਿਆਈ ਖਾ ਲੈਣ, ਤਾਂ ਅਸੀਂ ਫਿਰ ਗੀਤ ਸੁਣਦੇ ਹਾਂ। ਸੰਜੋਗ ਵੇਲਾ ਦੇ ਵਿੱਚ ਜੀ ਹੁਣ ਟਾਈਮ ਹੋ ਗਿਆ ਗੀਤ ਦਾ। ਸਾਡੇ ਕੋਲ ਮੀਆਂ ਚੰਨੂ ਤੋਂ ਸਾਡੇ ਭਰਾ ਹੈ ਜੀ ਮੁਹੰਮਦ ਸ਼ਾਹ ਨਜ਼ੀਰ ਸਾਹਿਬ, ਸਾਡਾ ਲਵਾ ਮੁੰਡਾ ਜੀ, ਸ਼ੌਕ ਰੱਖਦਾ ਗਾਣ ਦਾ। ਤੇ ਮੁੰਡੇ ਦਾ ਤੁਸੀਂ ਦਿਮਾਗ ਦੇਖੋ ਵੀ ਮਿਹਨਤ ਕਿੰਨੀ ਕੀਤੀ। ਉਹ ਕਹਿੰਦਾ ਵੀ ਮੈਂ ਇਹਦਾ ਜਿਹੜਾ ਪਿੱਛੇ ਸਾਜ਼ ਬਣਾਇਆ, ਆਪ ਕੰਪਿਊਟਰ ਦੇ ਵਿੱਚ ਸਾਜ਼ ਬਣਾਇਆ, ਤੇ ਉਹ ਸਾਜ਼ ਇਹ ਨਹੀਂ ਵੀ ਕਿਸੇ ਤੋਂ ਲਿਆ, ਆਪ ਮੁੰਡੇ ਨੇ ਬਣਾ ਕੇ, ਤੇ ਉਹ ਧਾਮੇ 'ਚ ਵੱਜੂਗਾ ਸਾਜ਼, ਤੇ ਇੱਥੇ ਮੁੰਡਾ ਗਾਊਗਾ, ਉਹ ਨਾਲ ਰਲਦਾ ਚਲੇ ਜਾਊਗਾ। ਕਿ ਇਹਦਾ ਰੋਜ਼ ਦਾ ਕੰਮ ਆ, ਤੇ ਇਹਨੂੰ ਪਤਾ ਵੀ ਕਿੱਦਾਂ ਹੋਣਾ। ਤੇ ਤੁਸੀਂ ਇਸ ਗੱਲ ਤੇ ਵੀ ਤਾੜੀ ਮਾਰਿਓ। ਕਾਹਦੇ ਤੇ ਬਣਾਇਆ ਉਹ ਸਾਜ਼? AI ਦੇ ਉੱਤੇ ਸਾਜ਼ ਬਣਾਇਆ ਮੁੰਡੇ ਨੇ ਆਪ। ਤਾੜੀ ਲਾਓ ਜੀ ਮੁੰਡੇ ਦੇ ਸ਼ੌਕ ਨੂੰ। ਤੇ ਹੁਣ ਸੁਣਦੇ ਹਾਂ ਜੀ ਮੁਹੰਮਦ ਸ਼ਾਹ ਨਜ਼ੀਰ ਕੋਲੋਂ ਗੀਤ ਜੀ, ਮਿਹਰਬਾਨੀ। ਆਉਂਦੇ ਜਾਂਦੇ ਸਾਹਾਂ ਦੇ ਵਿੱਚ ਨਾਮ ਸਾਈਂ ਦਾ ਜਾਪੇ, ਅੱਖਾਂ ਮੀਟ ਕੇ ਆਪਣੇ ਅੰਦਰੋਂ ਲੱਭਦੀ ਆਪ ਨੂੰ ਆਪੇ। ਜੁਗਨੀ ਭੇਦ ਦਿਲਾਂ ਦਾ ਟੋਲੇ, ਜੁਗਨੀ ਭੇਦ ਦਿਲਾਂ ਦਾ, ਜੁਗਨੀ ਭੇਦ ਦਿਲਾਂ ਦਾ ਟੋਲੇ ਨਾ ਕਰਦੀ ਜ਼ਾਹਿਰ ਰੱਖਦੀ ਓਲੇ, ਚੁੱਪ ਹੀ ਰਹਿੰਦੀ ਏ ਨਾ ਬੋਲੇ। ਓ ਵੀਰ ਮੇਰਿਆ ਜੁਗਨੀ, ਵੀਰ ਮੇਰਿਆ ਜੁਗਨੀ ਕਹਿੰਦੀ ਆ, ਜਿਹੜੀ ਨਾਮ ਸਾਈਂ ਦਾ, ਜਿਹੜੀ ਨਾਮ ਸਾਈਂ ਦਾ ਲੈਂਦੀ ਆ, ਜਿਹੜੀ ਨਾਮ ਅੱਲਾ ਦਾ, ਜਿਹੜੀ ਨਾਮ
ਜੁਗਣੀ ਨੂੰ ਪਰਵਾਨਾ ਜਗਦੀ ਜੁਗਣੀ ਨੂੰ ਪਰਵਾਨਾ ਜੁਗਣੀ ਨੂੰ ਪਰਵਾਨਾ ਜਗਦੀ ਜਗ ਤੋਂ ਵੱਖ ਠਿਕਾਣਾ ਲੱਭਦੀ ਮੰਗਦੀ ਖੈਰ ਅੱਲਾ ਤੋਂ ਸਭ ਦੀ ਓ ਵੀਰ ਮੇਰਿਆ ਜੁਗਨੀ ਵੀਰ ਮੇਰਿਆ ਜੁਗਨੀ ਕਹਿੰਦੀ ਆ ਜਿਰੀ ਨਾਮ ਸਾਈਂ ਦਾ ਜਿਰੀ ਨਾਮ ਸਾਈਂ ਦਾ ਲੈਂਦੀ ਆ ਜਿਰੀ ਨਾਮ ਅੱਲਾ ਦਾ ਜਿਰੀ ਨਾਮ ਅੱਲਾ ਦਾ ਲੈਂਦੀ ਆ ਵੀਰ ਮੇਰਿਆ ਜੁਗਨੀ ਹੋ ਜੁਗਨੀ ਦਾ ਸਾਈਂ ਦਿਲ ਦੇ ਅੰਦਰ ਜੁਗਨੀ ਦਾ ਸਾਈਂ ਦਿਲ ਦੇ ਜੁਗਨੀ ਦਾ ਸਾਈਂ ਦਿਲ ਦੇ ਅੰਦਰ ਜਾਂਦੀ ਵਿੱਚ ਮਸੀਤ ਨਾ ਮੰਦਰ ਫਿਰਦੀ ਬਨ ਜੰਗਲਾਂ ਚ ਕਲੰਦਰ ਰੋ ਵੀਰ ਮੇਰਿਆ ਜੁਗਨੀ ਵੀਰ ਮੇਰਿਆ ਜੁਗਨੀ ਕਹਿੰਦੀ ਆ ਜਿਰੀ ਨਾਮ ਸਾਈਂ ਦਾ ਜਿਰੀ ਨਾਮ ਸਾਈਂ ਦਾ ਲੈਂਦੀ ਆ ਜਿਰੀ ਨਾਮ ਅੱਲਾ ਦਾ ਜਿਰੀ ਨਾਮ ਅੱਲਾ ਦਾ ਲੈਂਦੀ ਆ ਵੀਰ ਮੇਰਿਆ ਜੁਗਨੀ ਹੋ ਵਾਹ 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 ਕੀ ਬਾਤ ਆ ਸ਼ਾਹ ਨਜ਼ੀਰ ਸਾਹਿਬ ਜਿਉਂਦੇ ਵਾਸਤੇ ਰਹੋ ਬੜਾ ਸਵਾਦ ਆਇਆ ਜੀ ਹਾਂ ਰੱਬ ਤੁਹਾਨੂੰ ਤਰੱਕੀ ਦੇਵੇ ਕਾਮਯਾਬੀ ਦੇਵੇ ਹਾਂ ਤੇ ਤੁਸੀਂ ਦੂਰ ਦੂਰ ਤੱਕ ਜਾ ਕੇ ਗਾਓ ਜੀ ਹਾਂ ਜਿੱਥੇ ਜਿੱਥੇ ਤੁਸੀਂ ਸੋਚਿਆ ਹੋਇਆ ਨਾ ਉਸ ਤੋਂ ਗਾਂਹ ਜਾ ਕੇ ਗਾਓ ਅਸੀਂ ਜੀ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਜੀ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਬਾਕੀ ਰਾਣਾ ਸਾਹਿਬ ਦੱਸਣਗੇ ਵੀ ਐਡੇ ਚੰਗੇ ਗਵਈਏ ਨਾਲ ਸਾਡਾ ਮੇਲ ਕਿਵੇਂ ਹੋਇਆ ਇਹ ਮੇਰੇ ਕਜ਼ਨ ਹੈਗੇ ਆ ਕਾਸ਼ਫ ਅਸਰਾਰ ਹਾਂ ਉਹਨਾਂ ਨਾਲ ਹਲੇ ਯਾਨੀ ਕਿ ਤੁਹਾਡੀ ਬੈਠਕ ਨਹੀਂ ਹੋਈ ਹੈ ਖਾਲਦ ਦੀ ਹੋਈ ਹੈ ਬੈਠਕ ਤੇ ਇਹ ਉਹਨਾਂ ਦੇ ਜਿਹੜੇ ਆ ਨਾ ਫੇਸਬੁੱਕ ਤੇ ਬੜੇ ਪੁਰਾਣੇ ਜਾਣਨ ਵਾਲੇ ਆਏ ਆ ਤੇ ਉਹਨਾਂ ਨੇ ਰਿਕਮੈਂਡ ਕੀਤਾ ਸੀ ਫਿਰ ਹਬੀਬੁੱਲਾ ਨੂੰ ਵੀ ਅੰਜਮ ਵਾਲੇ ਸ਼ੋਅ 'ਚ ਜਿਹੜਾ ਵਾ ਨਾ ਕਰਵਾਓ ਕਾਸ਼ਫ ਕਦੇ ਆਏ ਤੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਸੁਣੇ ਸ਼ੌਂਕੀ ਜੋ ਚਲਾਕੀਆਂ ਵਖਾਉਣ ਦਾ ਉੱਤੇ ਚੜਦੇ ਨੂੰ ਖਿੱਚ ਥੱਲੇ ਲਾਉਣ ਦਾ ਸਿੱਧੇ ਸਾਧਿਆਂ ਨੂੰ ਮੂਰਖ ਬਣਾਉਣ ਦਾ ਮਨ ਮੈਲਾ ਏ ਤੇ ਗੰਗਾ ਚ ਵੀ ਨਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਕੋਈ ਤੋੜ ਤੱਕ ਚੱਲੂ ਇਹ ਵਹਿਮ ਨੇ ਤੁਹਾਡੇ ਫੈਸਲੇ ਬਸ ਉਦੋਂ ਤੱਕ ਅਹਿਮ ਨੇ ਨੋਟ ਜਦੋਂ ਤੱਕ ਜੇਬਾਂ ਵਿੱਚ ਕਾਇਮ ਨੇ ਬੜੀ ਚੰਗੀ ਤਰ੍ਹਾਂ ਦੱਸ ਦਿੱਤਾ ਟਾਈਮ ਨੇ ਕਿ ਯਾਰੀਆਂ ਨਿਭਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਧੋਖਾ ਕੀਤੀਆਂ ਵਫਾਵਾਂ ਦਾ ਇੰਜਾਮ ਹੈ ਜੇਬਾਂ ਪਰੀਆਂ ਨੂੰ ਹਰ ਦਾ ਸਲਾਮ ਹੈ ਪੈਸੇ ਜਿਹਦੇ ਕੋਲ ਉਹਦੀ ਹੀ ਗੁਲਾਮ ਹੈ ਸਾਰੀ ਦੁਨੀਆ ਹੀ ਨਮਕ ਹਰਾਮ ਹੈ ਦਿਲੇ ਦੇ ਨਾਲ ਲਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਵਾਕੇ ਸਿੱਧਾ ਸਾਦਾ ਸਦਾ ਮਾਰ ਖਾਏਗਾ ਬੇਫੈਜ਼ਿਆਂ ਨਾਲ ਯਾਰੀ ਲਾ ਪਛਤਾਏਗਾ ਸੱਦੇ ਖੈਰਾ ਜੇ ਕਿਸੇ ਦੇ ਕੰਮ ਆਏਗਾ ਜਾ ਕੇ ਰੱਬ ਕੋਲ ਕੀ ਮੂੰਹ ਵਿਖਾਏਗਾ ਜੇ ਕਿਸੇ ਨੂੰ ਤੇਰੇ ਜਿਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਵੱਡੇ ਵੱਜਦੇ ਹਮੇਸ਼ਾ ਪਰੀਆਂ ਬੇਰੀਆਂ ਦੇ ਲੋਕ ਸਦਾ ਤੋਂ ਮੁਖਾਲਿਫ ਦਲੇਰੀਆਂ ਦੇ ਜਿਹਨੇ ਜੀਣਾ ਸਿੱਖੇ ਗੁਰ ਹੇਰਾ ਫੇਰੀਆਂ ਦੇ
ਪੱਲੇ ਪਈਆਂ ਨਾ ਜੇ ਤੇਰੇ ਗੱਲਾਂ ਮੇਰੀਆਂ ਤੇ ਮੇਰੇ ਗੀਤ ਗਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਵੀਰੇ ਕੋਈ ਫਾਇਦਾ ਨਹੀਂ। ਅਸੀਂ ਜੀ ਬੜੇ ਸ਼ੁਕਰਗੁਜ਼ਾਰ ਹਾਂ ਸ਼ਾਹ ਨਜ਼ੀਰ ਸਾਹਿਬ ਦੇ ਮੀਆਂ ਚੰਨੂ ਤੋਂ। ਬੜਾ ਸਵਾਦ ਆਇਆ ਜੀ, ਸਵਾਦ ਆਇਆ ਜੀ ਗੀਤ ਸੁਣਨ ਦਾ। ਹਾਂ ਤੇ ਅੱਲਾ ਤੁਹਾਨੂੰ ਕਾਮਯਾਬ ਕਰੇ ਜੀ, ਬੜੀ ਚੰਗੀ ਆਵਾਜ਼ ਆ ਤੇ ਬੜੀ ਮਿਹਨਤ ਆ ਤੁਹਾਡੀ। ਬੈਠੋ ਜੀ। ਐਤਕੀ ਨਾ ਜੀ ਗੱਲ ਲੰਮੀ ਹੋ ਗਈ ਸੀ ਤੇ ਫਿਰ ਅਸੀਂ ਖੇਡਾਂ ਬਾਲਾਂ ਦੀਆਂ ਕਰਾਵਾਂਗੇ। ਉਂਝ ਵੀ ਛੁੱਟੀਆਂ ਹੋਈਆਂ, ਵਿੱਚੋਂ ਖਾਸੇ ਨਿਆਣੇ ਗਏ ਹੋਏ ਆਪਣੇ ਨਾਨਕਿਆਂ ਦੇ, ਗਰਮੀਆਂ ਦੀਆਂ ਛੁੱਟੀਆਂ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਫਿਰ ਹੋਰ ਵੀ ਕੋਈ ਅਖਾੜਾ ਰੱਖਾਂਗੇ। ਤੇ ਇੱਥੇ ਸਾਡੇ ਕੋਲੋਂ ਅਸੀਂ ਛੁੱਟੀ ਲੈਂਦੇ ਹਾਂ ਸੰਜੋਗ ਵੇਲੇ ਦਾ। ਸੰਜੋਗ ਵੇਲਾ, ਹਾਂ ਇਹ ਅਸੀਂ ਨਾਮ ਰੱਖਿਆ। ਤੁਸੀਂ ਸਾਨੂੰ ਦੱਸਣਾ ਵੀ ਹੈ ਵੀ ਤੁਹਾਡੇ ਪਸੰਦ ਆਇਆ ਕਿ ਨਹੀਂ ਆਇਆ ਸੰਜੋਗ ਵੇਲਾ। ਤੇ ਜੇ ਤੁਹਾਡੇ ਬਦਲਣਾ ਪਿਆ ਤਾਂ ਆਪਾਂ ਬਦਲ ਵੀ ਲਾਹਾਂਗੇ, ਇਹ ਕਿਹੜੀ ਗੱਲ। ਤੇ ਅਖੀਰ ਦੇ ਉੱਤੇ ਜੀ ਦੁਆਵਾਂ, ਜਿੱਥੇ ਰਹੋ ਸੁਖੀ ਰਹੋ, ਤੰਦਰੁਸਤ ਰਹੋ, ਇੱਕ ਦੂਜੇ ਨੂੰ ਦੁਆਵਾਂ ਦਿੰਦੇ ਰਹੋ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਦੱਬ ਲਓ ਬਟਨ।